ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਮੁਖ ਪਿਆਰਿਆਂ ਦਾ ਗੁਰਮਤਿ ਦੇ ਆਧਾਰ 'ਤੇ ਇੱਕ ਸਵਾਲ ਆਇਆ ਸੀਗਾ, ਜਿਸ ਦੇ ਵਿੱਚ ਗੁਰਮੁਖ ਪਿਆਰੇ ਪੁੱਛਦੇ ਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜਾਂ 10 ਗੁਰੂ ਸਾਹਿਬਾਨ ਕਿਸ ਜਾਤ ਜਾਂ ਕਿਸ ਕੁਲ ਵਿੱਚੋਂ ਹੋਏ ਨੇ, ਜਾਂ ਆਮ ਤੌਰ 'ਤੇ ਜਿਹੜੇ ਭਗਤ ਪੀਰ ਪੈਗੰਬਰ ਇਹ ਜ਼ਿਆਦਾਤਰ ਕਿਸ ਜਾਤ ਜਾਂ ਕੁਲ ਦੇ ਵਿੱਚ ਹੁੰਦੇ ਆਏ ਨੇ। ਸੋ ਅਸੀਂ ਗੁਰਬਾਣੀ ਦੇ ਆਧਾਰ 'ਤੇ ਜੇਕਰ ਮਹਾਰਾਜ ਸੱਚੇ ਪਾਤਸ਼ਾਹ ਦੇ ਜੇਕਰ ਅਟੱਲ ਵਚਨ ਜਿਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਹੀਂ, ਕੋਈ ਉਹਨਾਂ ਨੂੰ ਚੈਲੰਜ ਨਹੀਂ ਕਰ ਸਕਦਾ, ਤਾਂ ਉਹ ਵਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਲੱਗ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਪਏ। ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਬਹੁਤ ਸਾਰਾ ਖਜ਼ਾਨਾ ਪਿਆ। ਆਪਾਂ ਗੁਰਬਾਣੀ ਦੇ ਆਧਾਰ 'ਤੇ ਜਦੋਂ ਦੇਖਦੇ ਹਾਂ ਤੇ ਸਭ ਤੋਂ ਪਹਿਲੋਂ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਜੇਕਰ ਆਪਾਂ ਸ਼ੁਰੂ ਕਰੀਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਅਸੀਂ ਸਿੱਖੀ ਦਾ ਧੁਰਾ ਮੰਨਦੇ ਹਾਂ, ਸਿੱਖੀ ਦਾ ਬੂਟਾ ਮੰਨਦੇ ਹਾਂ। ਜਿਹੜੀ ਸਿੱਖੀ ਸ਼ੁਰੂ ਹੁੰਦੀ ਹੈ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਹੁੰਦੀ ਹੈ। ਉਹਨਾਂ ਤੋਂ ਪਹਿਲੋਂ ਵੀ ਪ੍ਰਚਾਰ ਹੋਇਆ ਨਾਮ ਦਾ, ਨਿਧਾਨ ਦਾ, ਪਰ ਜੋ ਸਿੱਖ ਪੰਥ ਜਾਂ ਸਿੱਖੀ ਦਾ ਧੁਰਾ ਹੁੰਦਾ ਹੈ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਹੋ ਰਿਹਾ, ਉਹਨਾਂ ਤੋਂ ਪਹਿਲੋਂ ਨਹੀਂ। ਨਾ ਤਾਂ ਮਹਿਤਾ ਕਾਲੂ ਜੀ ਨੇ ਕੋਈ ਨਾਮ ਦਾ ਸੱਚ ਦਾ ਪ੍ਰਚਾਰ ਕੀਤਾ ਅਤੇ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਹਿਲੋਂ ਬੰਸ ਦੇ ਵਿੱਚੋਂ ਕਿਸੇ ਨੇ ਇਹ ਪ੍ਰਚਾਰ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਆਉਂਦੇ ਨੇ, ਉਹ ਸਾਨੂੰ ਦੱਸਦੇ ਆ ਕਿਹੜੀ ਜਾਤ ਹੁੰਦੀ ਹੈ, ਕਿਹੜੀ ਪਾਤ ਹੁੰਦੀ ਹੈ, ਕੀ ਕੁਲ ਹੁੰਦਾ ਹੈ। ਮਹਾਰਾਜ ਕਹਿੰਦੇ ਵਿਣ ਨਾਵੇਂ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸਬਾਇਆ, ਮਾਰਿਆ ਸਿੱਕਾ ਜਗਤਰ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਪੰਥ ਸ਼ੁਰੂ ਕਰਦੇ ਆ, ਸਿੱਕਾ ਚਲਾਉਂਦੇ ਆ। ਸਿੱਕਾ ਭਾਵ ਕਿ ਉਹਨਾਂ ਦਾ ਇੰਨਾ ਵੱਡਾ ਪ੍ਰਚਾਰ ਹੋ ਗਿਆ ਸੀਗਾ ਕਿ ਵਰਲਡ ਲੈਵਲ ਦੇ ਲੋਕ, ਵੱਡੇ ਵੱਡੇ ਗਿਆਨੀ, ਵੱਡੇ ਵੱਡੇ ਅਮੀਰ, ਦੁਨਿਆਵੀ ਅਮੀਰ, ਸ਼ਾਹ ਬਾਦਸ਼ਾਹ ਆਪਦੇ ਆਪ ਨੂੰ ਕਹਾਉਣ ਲੱਗੇ, ਜਿਹੜੇ ਕਹਾਉਂਦੇ ਸੀਗੇ ਉਹਨਾਂ ਤੋਂ ਸਹਿਮਤ ਹੋਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਨਿਰਮਲ ਪੰਥ ਸ਼ੁਰੂ ਹੁੰਦਾ ਹੈ। ਜੇ ਇਕੱਲਾ ਅਸੀਂ ਕਹੀਏ ਵੀ ਕੁੱਲ ਕਿਹੜੀ ਆ ਜੀ, ਕਿੱਥੇ ਉਹਨਾਂ ਦੇ ਬਾਪ ਦਾਦੇ ਚਾਚੇ ਕੌਣ ਸੀਗੇ ਜੀ, ਆਮ ਤੌਰ 'ਤੇ ਆਪਾਂ ਦੇਖੀਏ ਵੀ ਜਦੋਂ ਕੋਈ ਜੀਵ ਮਸ਼ਹੂਰ ਹੋ ਜਾਂਦਾ ਹੈ ਜਾਂ ਉਹਦਾ ਦੁਨੀਆ ਦੇ ਵਿੱਚ ਨਾਮ ਹੋ ਜਾਂਦਾ ਹੈ ਨਾ, ਤਾਂ ਕੋਈ ਦੂਰ ਦਾ ਜੇ ਕੋਈ ਰਿਸ਼ਤੇਦਾਰ ਵੀ ਹੋਵੇ ਨਾ ਅਤੇ ਉਹ ਵੀ ਉਹਦੇ ਨਾਲ ਆਪਦੀ ਰਿਸ਼ਤੇਦਾਰੀ ਕੱਢ ਕੇ ਅਤੇ ਆਪ ਦਾ ਨਾਮ ਜਗ ਜ਼ਾਹਰ ਕਰਦਾ ਹੈ ਵੀ ਇਹ ਵਾਲਾ ਜਿਹੜਾ ਹੈਗਾ ਹੈ ਇਹ ਮੇਰੀ ਮਾਸੀ ਦੇ ਪਿੰਡ ਦੇ ਗਾਂ ਪਿੰਡ ਦੇ ਨਾਲ ਦਾ ਉਹਨਾਂ ਦੇ ਚਾਚੇ ਦਾ ਮੁੰਡਾ। ਮਤਲਬ ਜਦੋਂ ਕੋਈ ਮਸ਼ਹੂਰ ਹੋ ਜਾਏ ਤਾਂ ਹਰ ਕੋਈ ਚਾਹੁੰਦਾ ਕਿ ਮੇਰਾ ਇਹਦੇ ਨਾਲ ਕੋਈ ਨਾ ਕੋਈ ਨਾਤਾ ਬਣੇ, ਅਤੇ ਜੇ ਕਿਸੇ ਕੋਲ ਕੋਈ ਬਦਨਾਮੀ ਹੋਵੇ ਜਾਂ ਕੋਈ ਉਹਦੇ ਉੱਤੇ ਕੋਈ ਐਬ ਹੋਵੇ ਅਤੇ ਚਾਹੇ ਸਾਡੇ ਘਰ ਦੇ ਵਿੱਚ ਹੀ ਹੋਵੇ, ਅਸੀਂ ਉਹਦੇ ਤੋਂ ਪਾਸਾ ਵੱਟ ਜਾਂਦੇ ਹਾਂ। ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਚਾਰ ਹੈ ਉਹ ਮਹਾਰਾਜ ਆਪ ਦੇ ਬਚਨਾਂ ਦੇ ਵਿੱਚ ਸਾਨੂੰ ਦੱਸਦੇ ਆ ਕਿ ਅਸੀਂ ਕਿਹੜੀ ਕੁਲ ਦੇ ਵਿੱਚੋਂ ਹੋਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਹਮਰੀ ਜਾਤ ਪਤ ਸੱਚ ਨਾਉ, ਕਰਮ ਧਰਮ ਸੰਜਮ ਸਭ ਸਤ ਭਾਓ, ਨਾਨਕ ਬਖਸ਼ੇ ਪੂਛ ਨਾ ਹੋਏ, ਦੂਜਾ ਮੇਟੇ ਇੱਕੋ ਸੋਏ। ਮਹਾਰਾਜ ਜੀ ਕਹਿੰਦੇ ਵੀ ਸਾਡੀ ਜਿਹੜੀ ਜਾਤ ਅਤੇ ਪੱਤ ਭਾਵ ਕਿ ਜਿਹੜੀ ਸਾਡੀ ਕੁਲ ਹੈ ਨਾ ਉਹ ਅਕਾਲ ਪੁਰਖ ਨਿਰੰਕਾਰ ਆ। ਹਮੇਸ਼ਾ ਜਿਹੜਾ ਅਵਤਾਰ ਹੁੰਦਾ ਹੈ ਉਹ ਦੁਨਿਆਵੀ ਨਹੀਂ ਹੁੰਦਾ, ਅਤੇ ਨਾ ਹੀ ਕਦੇ ਸਰੀਰ ਕੋਈ ਅਵਤਾਰ ਹੋਇਆ ਹੈ। ਅਵਤਾਰ ਹੁੰਦਾ ਹੈ ਮਨ, ਜੋ ਕਿ ਦਰਗਾਹ ਦੇ ਵਿੱਚੋਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਾਜ ਨਵਾਜ ਕੇ ਸੱਚੇ ਪਾਤਸ਼ਾਹ ਸੂਖਮ ਮਨ ਪੰਜਾਂ ਤੱਤਾਂ ਦੀ ਜੋਤ ਨੂੰ ਇੱਧਰ
ਮਾਤ ਲੋਕ ਦੇ ਵਿੱਚ, ਮ੍ਰਿਤ ਲੋਕ ਦੇ ਵਿੱਚ ਇਸ ਧਰਤੀ ਦੇ ਉੱਪਰ ਪ੍ਰਚਾਰ ਕਰਨ ਲਈ ਭੇਜਦੇ ਆ ਅਤੇ ਉਹਨੂੰ ਫਿਰ ਮਾਨਸ ਜਾਮੇ ਦੀ ਜੂਨ ਦਿੱਤੀ ਜਾਂਦੀ ਆ। ਮਹਾਰਾਜ ਕਹਿੰਦੇ ਆ, ਜਿਨ ਕੋ ਸਤਿਗੁਰ ਥਾਪਿਆ ਤਿੰਨਾ ਮੇਟ ਨਾ ਸਕੈ ਕੋਏ, ਉਹਨਾਂ ਅੰਤਰ ਨਾਮ ਨਿਧਾਨ ਹੈ, ਉਹ ਨਾਮੋ ਪ੍ਰਗਟ ਹੋਏ। ਮਹਾਰਾਜ ਅਕਾਲ ਪੁਰਖ ਸਤਿਗੁਰ ਥਾਪ ਕੇ ਭੇਜਦੇ ਨੇ ਅਤੇ ਨਾਮ ਦੇ ਵਿੱਚੋਂ, ਨਾਮ ਜਿਹੜਾ ਧੁਨ ਚੱਲਦੀ ਆ ਲਗਾਤਾਰ ਪੂਰੇ ਬ੍ਰਹਿਮੰਡ ਦੇ ਵਿੱਚ, ਜਿਹਨੂੰ ਮਹਾਰਾਜ ਗੁਰਬਾਣੀ ਕਹਿੰਦੇ ਗੁਪਤਾ ਨਾਮ ਵਰਤੈ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਿਹਾ। ਉਹ ਗੁਪਤ ਨਾਮ ਦੇ ਵਿੱਚੋਂ, ਉਸ ਧੁਨ ਦੇ ਵਿੱਚੋਂ ਆਮ ਜਿਹੜੇ ਜੀਵਾਂ ਦਾ ਮਨ ਹੁੰਦਾ ਹੈ ਉਹ ਪੰਜਾਂ ਤੱਤਾਂ ਦੇ ਵਿੱਚੋਂ ਪ੍ਰਗਟ ਕੀਤਾ ਜਾਂਦਾ ਹੈ। ਅਤੇ ਜਿਹੜੇ ਧੁਰ ਧਰਾਂ ਤੋਂ ਬਖਸ਼ੀਆਂ ਰੂਹਾਂ ਸਤਿਗੁਰ ਨਵਾਜੇ ਹੁੰਦੇ ਨੇ, ਗੁਰਬਾਣੀ ਕਹਿੰਦੇ ਉਹਨਾਂ ਦਾ ਮਨ ਸਿੱਧਾ ਨਾਮ ਦੇ ਵਿੱਚੋਂ ਪ੍ਰਗਟ ਕੀਤਾ ਜਾਂਦਾ ਹੈ। ਅਤੇ ਇੱਥੇ ਦੁਨਿਆਵੀ ਰੂਪ ਦੇ ਵਿੱਚ ਆ ਕੇ ਫਿਰ ਉਹਨਾਂ ਦਾ ਸੰਯੋਗ ਕੀਤਾ ਜਾਂਦਾ ਹੈ ਸਰੀਰ ਦੇ ਨਾਲ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਅਕਾਲ ਪੁਰਖ ਦੀ ਕੁੱਲ ਦੇ ਵਿੱਚੋਂ ਪੈਦਾ ਹੋਏ ਸੀ। ਉਹਨਾਂ ਨੇ ਸਾਨੂੰ ਆਪਦੇ ਬਹੁਤ ਸਾਰੇ ਬਚਨਾਂ ਦੇ ਵਿੱਚ ਦੱਸਿਆ, ਜਿਵੇਂ ਹੁਣੇ ਆਪਾਂ ਵਿਚਾਰ ਕੀਤੀ। ਮਹਾਰਾਜ ਨੇ ਕਿਹਾ ਵੀ ਜਿਹੜੀ ਇਹ ਜਾਤ ਹੈ, ਤੁਸੀਂ ਰੋਜ਼ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੋ, ਕਹਿੰਦੇ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਵੁੜੀ ਕਲਾਮ। ਇਹ ਤਾਂ ਮਾਇਆ ਦੀਆਂ ਜਾਤਾਂ ਨੇ, ਕਹਿੰਦੇ ਇਹ ਤਾਂ ਅਲੱਗ ਅਲੱਗ ਰੰਗਾਂ ਦੇ ਅਲੱਗ ਅਲੱਗ ਨਾਮ ਨੇ। ਜਿਵੇਂ ਕੋਈ 84 ਲੱਖ ਜੂਨ ਦੇ ਵਿੱਚ ਜਾਤ ਹੈ, ਉੱਥੇ ਜਾਤ ਨੇ, ਜੀ ਨੇ। ਇਸੇ ਤਰੀਕੇ ਮਾਨਸ ਦੀਆਂ ਵੀ ਜਾਤਾਂ ਤੇ ਜੀ ਨੇ। ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਵੁੜੀ ਕਲਾਮ। ਔਰ ਇਹ ਜਾਤ ਤਾਂ ਕਹਿੰਦੇ ਲੇਖੇ ਦੇ ਵਿੱਚ ਹੁੰਦੀ ਆ, ਜਿਹੜੀ ਦੁਨਿਆਵੀ ਜਾਤ ਆ। ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖੀਏ ਕੀਤਾ ਹੋਏ। ਪਤਾ ਨਹੀਂ ਕਿੰਨੇ ਕੁ ਲੇਖੇ ਤੋਂ ਇਹ ਜਾਤਾਂ ਚੱਲੀਆਂ ਆ ਰਹੀਆਂ ਨੇ ਅਤੇ ਕਿੱਥੋਂ ਕਿੱਥੋਂ ਇਹ ਹੁੰਦੀਆਂ ਨੇ। ਇਹ ਜਾਤ ਦੁਨਿਆਵੀ ਮਾਇਨੇ ਨਹੀਂ ਰੱਖਦੀ। ਜਿਸ ਜਾਤ ਦੇ ਵਿੱਚ, ਜਿਸ ਦੁਨਿਆਵੀ ਕੁੱਲ ਦੇ ਵਿੱਚ ਭਗਤ ਪ੍ਰਗਟ ਹੋ ਜਾਵੇ, ਫਿਰ ਉਹ ਜਾਤ ਮਾਇਨੇ ਰੱਖਦੀ ਆ। ਜਿਸ ਜਾਤ ਦੇ ਵਿੱਚ ਸਾਧ ਨਹੀਂ ਪੈਦਾ ਹੁੰਦਾ, ਕਹਿੰਦੇ ਮਹਾਰਾਜ ਜੀ ਗੁਰਬਾਣੀ 'ਚ ਕਹਿੰਦੇ ਆ, ਜਹ ਕੁਲ ਸਾਧ ਬੈਸਨੋ ਹੋਏ, ਬਰਨ ਅਬਰਨ ਰੰਕ ਨਹੀਂ ਈਸਰ, ਬਿਮਲ ਬਾਸ ਜਾਨੀਏ ਜਗ ਸੋਏ। ਕਹਿੰਦੇ ਜਿਹੜੀ ਕੁੱਲ ਦੇ ਵਿੱਚ ਸਾਧ ਪੈਦਾ ਹੋ ਜਾਂਦਾ ਹੈ, ਉਹ ਕੁੱਲ ਭਾਵੇਂ ਦੀ ਕਹਿੰਦੇ ਖੱਤਰੀ ਆ ਅਤੇ ਭਾਵੇਂ ਬ੍ਰਾਹਮਣ ਆ, ਭਾਵੇਂ ਸ਼ੂਦਰ ਵੈਸ ਆ, ਸਭ ਤੋਂ ਉੱਤਮ ਉਹ ਕੁੱਲ ਮੰਨੀ ਜਾਂਦੀ ਹੈ ਜਿਸ ਕੁੱਲ ਦੇ ਵਿੱਚ ਸਾਧ ਪੈਦਾ ਹੁੰਦਾ ਹੈ। ਅਤੇ ਜੋ ਸਿੱਖੀ ਦਾ ਧੁਰਾ ਹੈ ਉਹ ਪਿੱਛੋਂ ਨਹੀਂ ਸ਼ੁਰੂ ਹੁੰਦਾ ਵੀ ਅਸੀਂ ਉਹਨਾਂ ਦੇ ਦੇਖੀਏ ਕਿ 7 ਦਾਦੇ ਪਹਿਲੋਂ ਕੌਣ ਸੀ, 10 ਦਾਦੇ ਪਹਿਲੋਂ ਕੌਣ ਸੀ। ਉਹ ਸਿੱਖੀ ਦਾ ਧੁਰਾ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਸ਼ੁਰੂ ਹੋ ਰਿਹਾ, ਅਤੇ ਉਹ ਮਾਇਨੇ ਨਹੀਂ ਰੱਖਦੀ ਵੀ ਉਹਨਾਂ ਦੀ ਜਾਤ ਕਿਹੜੀ ਸੀ, ਕੁੱਲ ਕਿਹੜੀ ਸੀ। ਕੁੱਲ ਅਤੇ ਜਾਤ ਦੇ ਮੁਤਾਬਕ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਸੀਗਾ ਉਹ ਹਿੰਦੂ ਰੀਤੀ ਰਿਵਾਜ਼ਾਂ ਨੂੰ ਮੰਨਦਾ ਸੀ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਜਾਤ ਨੂੰ, ਉਸ ਕੁੱਲ ਦੇ ਵਿਧਾਨ ਨੂੰ ਮੰਨਿਆ ਹੀ ਨਹੀਂ ਗਾ। ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ, ਉਹਨਾਂ ਨੇ ਪਾਇਆ ਹੀ ਨਹੀਂ ਗਾ। ਉਹਨਾਂ ਨੇ ਆਖਿਆ ਵੀ ਇਹ ਧਾਗੇ ਦਾ ਜਨੇਊ ਜਿਹੜਾ ਤੁਸੀਂ ਮੈਨੂੰ ਪਾਉਣ ਲੱਗੇ ਹੋ, ਇਹਦਾ ਮਤਲਬ ਦੱਸੋ, ਇਹ ਕਿਉਂ ਮੈਨੂੰ ਤੁਸੀਂ ਪਾ ਰਹੇ ਹੋ। ਜੋ ਜਨੇਊ ਅਸਲੀ ਪਾਉਣਾ ਉਹ ਤਾਂ ਉਹਨਾਂ ਨੇ ਕਿਹਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤੈ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਕ ਨਾਨਕਾ ਜੋ ਗਲ ਚੱਲੇ ਪਾਏ। ਇਹ ਤੁਸੀਂ ਧਾਗੇ ਦਾ ਜਨੇਊ ਪਾ ਦਿੰਦੇ ਹੋ, ਇਹ ਤਾਂ ਤ੍ਰੈਗੁਣ ਮਾਇਆ ਦਾ ਇੱਕ ਧਾਗਾ ਹੈ, ਜੂਨ ਦੇ ਵਿੱਚ ਹੈ, ਇਹ ਮੈਲਾ ਵੀ ਹੁੰਦਾ ਹੈ, ਟੁੱਟ ਵੀ ਜਾਂਦਾ ਹੈ, ਪਰ ਜਿਹੜਾ ਜਨੇਊ ਪਾਉਣ ਦਾ ਹੈ, ਦਇਆ ਦੀ ਕਪਾਹ ਜਿਹੜੀ ਆ ਉਹ ਦਇਆ ਰੂਪੀ ਹੋਣੀ ਚਾਹੀਦੀ ਆ। ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੋਣ ਅਤੇ ਸੱਤ ਦੇ ਵੱਟ ਹੋਣ, ਉਹ ਜਨੇਊ ਪਾਉਣਾ ਸੂਖਮ ਮਨ ਦੇ ਉੱਪਰ। ਉਹਨਾਂ ਤਾਂ ਗੱਲ ਹੀ ਮਨ ਦੀ ਕੀਤੀ ਹੈ। ਅਤੇ ਵਾਰ-ਵਾਰ ਉਹਨਾਂ ਨੇ ਆਪਦੀ ਗੁਰਬਾਣੀ ਦੇ ਵਿੱਚੋਂ ਕਿਹਾ ਆ, ਮਹਾਰਾਜ ਕਹਿੰਦੇ ਮਾਤਰ ਪਿੱਤਰ ਤਿਆਗ ਕਹਿ, ਕੀ ਕਹਿੰਦੇ, ਮਾਤਰ ਪਿੱਤਰ ਤਿਆਗ ਕਹਿ, ਮਨ ਸੰਤਨ ਪਾਹੇ ਵੇਚਾਇਓ, ਜਾਤ ਜਨਮ ਕੁਲ ਖੋਈਐ, ਹਉ ਗਾਵੋ ਹਰ ਹਰੀ। ਕਹਿੰਦੇ ਨਾ ਸਾਡੀ ਕੋਈ ਜਾਤ ਹੈ ਨਾ ਸਾਡੀ ਕੁੱਲ ਹੈ, ਅਸੀਂ ਤਾਂ ਆਪਦੇ ਮਾਤਾ ਪਿਤਾ ਅਤੇ ਜੋ ਗ੍ਰਸਤ ਦੇ ਬੰਧਨਾਂ ਨੂੰ ਤਿਆਗ ਕੇ ਸੰਤਾਂ ਦੇ ਕੋਲ ਆਪਦਾ ਮਨ ਵੇਚ ਦਿੱਤਾ ਹੈ, ਅਤੇ ਹਰ ਹਰ ਗਾਉਣਾ ਅਸੀਂ ਸਿੱਖਿਆ। ਦੁਨਿਆਵੀ ਜਾਤ ਨਹੀਂ ਸਾਡੀ ਕੋਈ ਇਹ ਹੈਗੀ। ਕਬੀਰ ਸਾਹਿਬ, ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਬੀਰ ਸਾਹਿਬ ਦਾ ਸਲੋਕ ਰਿਪੀਟ ਕਰਕੇ
ਆਪ ਦੀ ਜੋ ਕਈ ਵਾਰੀ ਹੁੰਦਾ ਹੈ ਵੀ ਅਸੀਂ ਜਦੋਂ ਭਗਤਾਂ ਦੇ ਬਚਨ ਪੜ੍ਹਦੇ ਹਾਂ, ਜਦੋਂ ਸਾਡੀ ਵੀ ਮਨ ਦੀ ਅਵਸਥਾ ਉੱਥੇ ਜਾਂਦੀ ਹੈ ਅਤੇ ਸਾਨੂੰ ਉਹ ਭਗਤ ਦਾ ਬਚਨ ਜਾਂ ਉਹ ਗੁਰਮੁਖਾਂ ਦਾ ਬਚਨ ਸਮਝ ਆਉਂਦਾ। ਇਸੇ ਤਰੀਕੇ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਵੀ ਅਸੀਂ ਕੌਣ, ਬੜਾ ਖੋਲ੍ਹ ਕੇ ਦੱਸਿਆ ਵੀ ਪਹਿਲੇ 3 ਗੁਰੂਆਂ ਬਾਰੇ ਵੀ ਦੱਸਿਆ, ਅਗਲਿਆਂ ਬਾਰੇ ਵੀ ਦੱਸਿਆ ਵੀ ਸਾਡੀ ਜਾਤ ਕਿਹੜੀ ਹੈ। 5ਵੇਂ ਪਾਤਸ਼ਾਹ ਕਹਿੰਦੇ ਵਰਤ ਨਾ ਰਹੂੰ ਨਾ ਮਹਿ ਰਹਿਮਦਾਨਾ ਤਿਸ ਸੇਵੀ ਜੋ ਰੱਖੇ ਨਦਾਨਾ। ਕਹਿੰਦੇ ਨਾ ਤਾਂ ਅਸੀਂ ਵਰਤ ਰੱਖਦੇ ਹਾਂ ਅਤੇ ਨਾ ਅਸੀਂ ਰਮਦਾਨ ਜੋ ਰੋਜ਼ੇ ਰੱਖਦੇ ਆ ਨਾ, ਰਮਜ਼ਾਨ ਜਦੋਂ ਸ਼ੁਰੂ ਹੁੰਦੀ ਹੈ ਅਤੇ ਜਿਵੇਂ ਵਰਤ ਰੱਖਦੇ ਆ ਨਰਾਤਿਆਂ ਦੇ ਰੱਖਦੇ ਆ ਜਾਂ ਹੋਰ ਵਰਤ ਰੱਖਦੇ ਆ। ਵਰਤ ਨਾ ਰਹੂੰ ਨਾ ਮੈਂ ਰਮਦਾਨਾ ਤਿਸ ਸੇਵੀ ਜੋ ਰੱਖੇ ਨਿਦਾਨਾ। ਅਸੀਂ ਉਹਨੂੰ ਸੇਵਾ ਕਰਦੇ ਹਾਂ ਜਿਹਨੇ ਇਹ ਨਿਧਾਨ ਦਿੱਤਾ ਹੋਇਆ। ਏਕ ਗੁਸਾਈ ਅੱਲੋ ਮੇਰਾ ਹਿੰਦੂ ਤੁਰਕ ਦੋਹਾਂ ਨਵੇੜਾ। ਨਾ ਹਿੰਦੂ ਵੀ ਅਸੀਂ ਨਵੇੜਤੇ ਆ ਅਤੇ ਮੁਸਲਮਾਨ ਵੀ ਅਸੀਂ ਨਵੇੜਤੇ ਆ। ਫਿਰ ਅੱਗੇ ਹੋਰ ਸਮਝਾਉਂਦੇ ਆ ਹੱਜ ਕਾਬੇ ਜਾਊ ਨਾ ਤੀਰਥ ਪੂਜਾ। ਨਾ ਤਾਂ ਅਸੀਂ ਹੱਜ ਕਰਨ ਜਾਂਦੇ ਹਾਂ ਅਤੇ ਨਾ ਤੀਰਥਾਂ 'ਤੇ ਪੂਜਾ ਕਰਨ ਜਾਂਦੇ ਹਾਂ। ਏਕੋ ਸੇਵੀ ਅਵਰ ਨਾ ਦੂਜਾ। ਅਸੀਂ ਤਾਂ ਅਕਾਲ ਪੁਰਖ ਦੀ ਜਾਤ ਕੁਲ ਦੇ ਵਿੱਚੋਂ ਉਹਨਾਂ ਨੂੰ ਸਮਰਪਣ ਕਰਕੇ ਉਹਨਾਂ ਦੀ ਸੇਵਾ ਕਰਦੇ ਆ। ਪੂਜਾ ਕਰੂ ਨਾ ਨਵਾਜ਼ ਗੁਜ਼ਾਰੂ ਏਕ ਨਿਰੰਕਾਰ ਲਈ ਹਿਰਦੇ ਨਮਸਕਾਰੂ। ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ। ਕਹਿੰਦੇ ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹਾਂ। ਇਹ ਸ਼ਬਦ ਕਬੀਰ ਸਾਹਿਬ ਦਾ ਹੈ ਅਤੇ 5ਵੇਂ ਪਾਤਸ਼ਾਹ ਰਿਪੀਟ ਕੀਤਾ ਆਪਦੀ ਬਾਣੀ 'ਚ। ਕਹਿੰਦੇ ਅੱਲਾ ਅਤੇ ਰਾਮ ਨੇ, ਅੱਲਾ ਨੇ ਮੈਨੂੰ ਸਰੀਰ ਦਿੱਤਾ ਹੈ ਅਤੇ ਜੋ ਰਾਮ ਹੈ ਪ੍ਰਕਾਸ਼ ਸਰੂਪੀ ਉਹ ਮੈਨੂੰ ਸਵਾਸ ਦੇ ਰਿਹਾ। ਜਿਹਨੂੰ ਹਿੰਦੂ ਰਾਮ ਕਹਿ ਕੇ ਪੂਜਦੇ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਰਾਮ ਕਿਹੜਾ। ਉਹ ਪ੍ਰਕਾਸ਼ ਰੂਪੀ ਰਾਮ ਤਾਂ ਦੇਖਿਆ ਨਹੀਂ ਸੀ। ਰਾਮ ਰਾਮ ਕਰਤਾ ਜਗ ਫਿਰੇ ਰਾਮ ਨਾ ਪਾਇਆ ਜਾਏ। ਅਤੇ ਜਿਹਨੂੰ ਅੱਲਾ ਕਹਿੰਦੇ ਸੀ, ਕਹਿੰਦੇ ਅਸਲ ਦੇ ਵਿੱਚ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ। ਜਿਹੜਾ ਅੱਲਾ ਹੈ ਉਹਨੇ ਸਾਨੂੰ ਸਰੀਰ ਦਿੱਤਾ ਹੈ। ਅੱਲਾ ਰਾਮ ਕੇ ਪਿੰਡ ਪ੍ਰਾਣ। ਅਤੇ ਜਿਹੜਾ ਰਾਮ ਹੈ ਉਹ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਭਾਵ ਕਿ ਤੁਸੀਂ ਇੱਥੇ ਉਲਝਣਾਂ ਵਿੱਚ ਪੈ ਗਏ ਹੋ ਵੀ ਇਹ ਕਿਹੜੀ ਕੁਲ ਆ, ਕਿਹੜੀ ਜਾਤ ਆ, ਕਿਹੜੀ ਪੱਤ ਆ। ਸਾਡੀ ਨਹੀਂ, ਅਸੀਂ ਤਾਂ ਅਕਾਲੀ ਹਾਂ। ਹਮ ਹੈ ਅਕਾਲੀ ਸਭ ਕੇ ਵਾਲੀ। ਕਹੋ ਕਬੀਰ ਇਹ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ। ਅਸੀਂ ਆਪਾ ਪਛਾਣ ਲਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਆ, ਹੋਰ ਖੋਲ੍ਹ ਕੇ ਦੱਸਿਆ। ਗੁਰਬਾਣੀ 'ਚੋਂ ਹੀ ਦੇਖੋ ਵੀ ਉਹਨਾਂ ਦੇ ਬਚਨ ਪੜ੍ਹੋ, ਉਹ ਕਿਹੜੀ ਜਾਤ ਅਤੇ ਕੁਲ ਆਪਦੀ ਦੱਸਦੇ ਆ। ਮਹਾਰਾਜ ਕਹਿੰਦੇ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ। ਕਹੋ ਕਬੀਰ ਇਹ ਰਾਮ ਕੀ ਅੰਸ ਜਸ ਕਾਗਦ ਪਰ ਮਿਟੇ ਨਾ ਮੰਸ। ਕਹਿੰਦੇ ਦੁਚਿੱਤੀ ਨੂੰ ਅਸੀਂ ਖਤਮ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਉਸ ਸੱਚ ਨੂੰ ਪਛਾਣ ਕਰਕੇ ਸਾਨੂੰ ਪਤਾ ਲੱਗ ਗਿਆ ਆ ਕਿ ਇਹ ਦੁਨੀਆ ਕਿੱਥੋਂ ਪ੍ਰਗਟ ਹੋਈ ਆ, ਇਹ ਸੰਸਾਰ ਕਿੱਥੋਂ ਪ੍ਰਗਟ ਹੋਇਆ। ਅਤੇ ਹੁਣ ਇਹ ਰਾਮ ਦੀ ਅੰਸ਼ ਅਸੀਂ ਬਣ ਚੁੱਕੇ ਹਾਂ। ਜਿਹਨੇ ਸਾਨੂੰ ਪੈਦਾ ਕੀਤਾ ਸੀ ਅਸੀਂ ਭੁੱਲ ਗਏ ਸੀ। 4 ਯੁੱਗ ਹੋ ਗਏ ਸੰਸਾਰੀ ਜੀਵਾਂ ਨੂੰ ਆਪ ਦਾ ਕਹੀ ਜਾ ਰਹੇ ਸੀਗੇ ਜੀ ਜਾਤ ਰੰਗਾਂ ਕੇ ਨਾਮ। ਇਹਨਾਂ ਰੰਗਾਂ ਦੇ ਵਿੱਚ ਉਲਝ ਗਏ ਸੀਗੇ। ਅਤੇ ਮਹਾਰਾਜ ਕਹਿੰਦੇ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਹੀਂ। ਸਾਨੂੰ ਤਾਂ ਪਤਾ ਹੀ ਨਹੀਂ ਸੀਗਾ। ਅਸੀਂ ਤਾਂ ਇਹਨਾਂ ਰੰਗਾਂ ਨੂੰ ਕਿਸੇ ਨੂੰ ਪਿਓ ਕਹਿ ਤਾ, ਕਿਸੇ ਨੂੰ ਮਾਤਾ ਕਹਿ ਦਿੱਤਾ। ਅਤੇ ਜਦੋਂ ਦਿਵ ਦ੍ਰਿਸ਼ਟੀ ਦੁਆਰਾ ਉੱਠ ਕੇ ਦੇਖਿਆ ਵੀ ਇਹ ਤਾਂ ਸਾਰਾ ਇੱਕ ਜਗਤ ਦਾ ਤਮਾਸ਼ਾ ਹੈ। ਜਿਹੜਾ ਪਿਓ ਹੈ ਕਿਸੇ ਜਨਮ 'ਚ ਮਾਤਾ ਰਹੀ ਆ, ਜਿਹੜੀ ਮਾਤਾ ਕਿਸੇ ਜਨਮ 'ਚ ਭਰਾ ਰਹੀ ਆ, ਜਿਹੜਾ ਭਰਾ ਹੈ ਉਹ ਕਿਤੇ ਘਰ ਵਾਲੀ ਰਿਹਾ ਹੋਇਆ। ਅਤੇ ਮਹਾਰਾਜ ਨੇ ਤਾਂ ਬੜੇ ਸਪਸ਼ਟ ਅੱਖਰਾਂ ਦੇ ਵਿੱਚ ਕਿਹਾ। ਉਹਨਾਂ ਨੇ ਤਾਂ ਜਾਤ ਦੇ ਉੱਪਰ ਨਾ ਆਪਦੀ ਜਾਤ ਨੂੰ ਧਿਆਇਆ ਨਾ ਆਪਦੀ ਕੁਲ ਦਾ ਕਿਤੇ ਨਾਮ ਲਿਆ ਅਤੇ ਕਿਹਾ ਤੁਸੀਂ ਵੀ ਨਾ ਲਿਆ ਜੇ। ਜੋ ਅਸੀਂ ਕਹਿਣ ਲੱਗ ਜਾਂਦੇ ਹਾਂ ਨਾ ਅਵਤਾਰ ਦੀ ਕਿਹੜੀ ਕੁਲ ਸੀ, ਉਹਨਾਂ ਦੀ ਜਾਤ ਕਿਹੜੀ, ਸੋਢੀ ਸੀਗੀ, ਬੇਦੀ ਸੀਗੀ। ਨਹੀਂ, ਉਹ ਤਾਂ ਇਸ ਪਾਸੇ ਹੀ ਨਹੀਂ ਆਏ। ਮਹਾਰਾਜ ਕਹਿੰਦੇ ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਕਹਿੰਦੇ ਜਾਤ ਦੀ ਹਉਮੈ ਨਾ ਕਿਤੇ ਕਰਿਆ ਜੇ। ਕਈ ਵਾਰੀ ਸਾਡੇ ਮਨ 'ਚ ਆ ਜਾਂਦਾ ਅਸੀਂ ਬ੍ਰਾਹਮਣ ਹਾਂ, ਅਸੀਂ ਜੱਟ ਹਾਂ, ਅਸੀਂ ਛਤਰੀ ਹਾਂ। ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਜੇ ਜਾਤ ਦਾ ਗਰਭ ਹਉਮੈ ਕਰਕੇ ਬੈਠ ਗਿਆ ਅਤੇ ਇਹ ਵਿਕਾਰਾਂ ਦੇ ਵਿੱਚ ਤੈਨੂੰ ਲੈ ਜੂਗੀ, ਜੂਨਾਂ ਦੇ ਵਿੱਚ ਲੈ ਜੂਗੀ। ਚਾਰੇ ਵਰਨ ਆਖੇ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਕਹਿੰਦੇ 4 ਵਰਨ ਤਾਂ ਤੁਸੀਂ ਕਹੀ ਜਾ ਰਹੇ ਆ, ਬ੍ਰਾਹਮਣ ਕਹਿ ਰਿਹਾ, ਕੋਈ ਛਤਰੀ ਕਹਿ ਰਿਹਾ, ਪਰ ਤੁਹਾਨੂੰ ਪਤਾ ਵੀ ਇਹ ਸਾਰਾ ਪ੍ਰਗਟ ਕਿੱਥੋਂ ਹੋਇਆ। ਅੱਜ ਅਸੀਂ ਕਹਿ ਰਹੇ ਹਾਂ ਬੇਦੀ, ਸੋਢੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜਾਂ ਪੁਰਾਤਨ ਦੇ ਵਿੱਚ ਜੋ ਅਵਤਾਰ ਹੋਏ ਆ। ਅਤੇ ਮਹਾਰਾਜ ਕਹਿੰਦੇ ਤੁਹਾਨੂੰ ਪਤਾ ਹੈ ਪ੍ਰਗਟ ਕਿੱਥੋਂ ਹੋ ਰਹੇ ਆ।
ਕਿਸੇ ਦੇ ਵੱਸ ਤਾਂ ਕੁਛ ਵੀ ਨਹੀਂ। ਮੇਰੇ ਵੱਸ ਥੋੜ੍ਹੀ ਨਾ ਕਿ ਮੈਂ ਆਪਦੀ ਕੁੱਲ ਨੂੰ ਅੱਗੇ ਪ੍ਰਗਾਸ ਕਰ ਦਿਆਂਗਾ, ਉਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਣ ਆ। ਇਸੇ ਤਰੀਕੇ ਜੋ ਅਵਤਾਰ ਪੁਰਖ ਵੀ ਹੁੰਦੇ ਆ, ਉਹ ਆਪਦੀ ਮਰਜ਼ੀ ਦੇ ਨਾਲ ਨਹੀਂ ਸੰਸਾਰ ਦੇ ਵਿੱਚ ਆਉਂਦੇ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਡਿਊਟੀ ਲਾ ਕੇ, ਜਿਨ ਕੋ ਸਤਿਗੁਰ ਥਾਪਿਆ ਤਿਨਾ ਮੇਟ ਨਾ ਸਕਿਆ ਕੋਈ, ਆਪ ਥਾਪ ਕੇ ਉਹਨਾਂ ਨੂੰ ਤ੍ਰੈਗੁਣਾ ਤੋਂ ਅਤੀਤ ਕਰਕੇ ਇਸ ਸੰਸਾਰ ਦੇ ਵਿੱਚ ਭੇਜਦੇ ਆ। ਸੋ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜਾਂ 10 ਪਾਤਸ਼ਾਹੀਆਂ ਦੀ ਜਾਤ ਸੀ, ਉਹ ਬ੍ਰਹਮ ਦੀ ਜਾਤ ਸੀ। ਉਹਨਾਂ ਦੀ ਕੁੱਲ ਵੀ ਬ੍ਰਹਮ ਸੀ, ਕਿਉਂਕਿ ਉਹ ਜਾਗਦੇ ਹੋਏ ਮਨ ਸੀਗੇ। ਉਹ ਸਾਡੇ ਤਰ੍ਹਾਂ ਮੋਹ ਵਿਕਾਰਾਂ ਦੇ ਵਿੱਚ ਫਸੇ ਹੋਏ ਮਨ ਨਹੀਂ ਸੀਗੇ ਵੀ ਅਸੀਂ ਆਪਦੀਆਂ ਹੁਣ ਦੇ ਦੱਸੀਏ, ਸਾਨੂੰ ਕੋਈ ਪੁੱਛਣ ਲੱਗ ਜਾਵੇ ਹਾਂਜੀ ਤੁਸੀਂ ਤੁਹਾਡਾ ਘਰ ਕਿਹੜਾ ਹੈ, ਤੁਹਾਡੇ ਪਿੰਡ ਕਿਹੜਾ, ਤੁਹਾਡੀ ਜਾਤ ਕਿਹੜੀ ਆ। ਇਹ ਤਾਂ ਸਾਡੀ ਦੁਨਿਆਵੀ ਸਰੀਰ ਦੀ ਜਾਤ ਆ, ਅਤੇ ਇਹ ਮਾਇਨੇ ਨਹੀਂ ਰੱਖਦੀ। ਜੇ ਜਾਤ ਜਾਂ ਕੁੱਲ ਨੂੰ ਹੀ ਪੁੱਜਣਾ ਹੋਵੇ, ਜੇ ਅਸੀਂ ਕਹੀਏ ਵੀ ਹਾਂ ਕੁੱਲ ਮਾਇਨੇ ਰੱਖਦੀ ਆ, ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਿਵੇਂ ਅੱਗੇ ਪ੍ਰਚਾਰ ਚੱਲਿਆ, ਚੌਥੇ ਪਾਤਸ਼ਾਹ ਦੇ ਘਰ ਦੇ ਵਿੱਚ ਹੀ 2 ਪੁੱਤਰ ਐਸੇ ਹੋਏ, ਮਹਾਦੇਵ ਅਤੇ ਪ੍ਰਿਥੀ ਚੰਦ, ਜਿਹੜੇ ਹੱਕ ਦੇ ਵਿੱਚ ਨਹੀਂ ਚੱਲੇ, ਕਿ ਫਿਰ ਅਸੀਂ ਉਹਨਾਂ ਨੂੰ ਵੀ ਪੂਜਣਯੋਗ ਮੰਨਦੇ ਹਾਂ। ਜੇ ਕੁੱਲ ਦੀ ਗੱਲ ਹੋਵੇ ਤੇ ਕੁੱਲ ਦੇ ਵਿੱਚ ਤਾਂ ਹੁਣ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਬੱਚੇ ਹੋਏ ਦਾਤੂ ਜੀ ਤੇ ਦਾਸੂ ਜੀ, ਉਹਨਾਂ ਨੇ ਨਹੀਂ ਪਿਤਾ ਦੀ ਗੁਰਮਤਿ ਨੂੰ ਸਮਝਿਆ। ਚੌਥੇ ਪਾਤਸ਼ਾਹ ਦੇ ਬੱਚੇ ਹੋਏ, 5ਵੇਂ ਪਾਤਸ਼ਾਹ ਦੇ ਅੱਗੇ 6ਵੇਂ ਪਾਤਸ਼ਾਹ ਦੇ ਵਿੱਚ ਜੋ ਬੱਚੇ ਹੋਏ, ਉਹ ਉਹਨਾਂ ਲਾਹਾ ਨਹੀਂ ਲੈ ਸਕੇ। ਠੀਕ ਹੈ, ਨਾਮ ਨਾਲ ਜੁੜੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੋ ਬੱਚੇ ਸੀ, ਉਹ ਵੀ ਉਹਨਾਂ ਲਾਹਾ ਨਹੀਂ ਲੈ ਸਕੇ ਜਿੰਨਾ ਸੱਚੇ ਪਾਤਸ਼ਾਹ ਤੋਂ ਗੁਰੂ ਅੰਗਦ ਦੇਵ ਜੀ ਨੇ ਆ ਕੇ ਲਿਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸਪਸ਼ਟ ਕਹਿ ਦਿੱਤਾ ਹੈ, ਅੱਗੇ ਨਾਉ ਜਾਤ ਨਾ ਜਾਈ ਸੀ, ਮਨਮੁਖ ਦੁੱਖ ਖਾਤਾ। ਅੱਗੇ ਜਾਤ ਜਾਂ ਇਹ ਇੱਧਰ ਦੀ ਕੁੱਲ ਮਾਇਨੇ ਨਹੀਂ ਰੱਖਦੀ। ਤਾਂ ਹੀ ਉਹਨਾਂ ਕਿਹਾ, ਲਾਲੇ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ, ਹਿਰਦੇ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਿਖਾਈ। ਕਹਿੰਦੇ ਅਸੀਂ ਤਾਂ ਉਹ ਮਾਲਕ ਦੇ ਦਰ ਦੇ ਉੱਪਰ ਤਨ ਮਨ ਧਨ ਸੌਂਪ ਕੇ ਆਪਦੀਆਂ ਸਾਰੀਆਂ ਜਾਤਾਂ ਗਵਾ ਦਿੱਤੀਆਂ ਆ। ਗੁਰਮੁਖ ਜਾਤ ਪਾਤ ਸੱਚ ਸੋਏ, ਹਮਰੀ ਜਾਤ ਪਾਤ ਸੱਚ ਨਾਉ, ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਸਾਰਾ ਸਪਸ਼ਟ ਤੁਸੀਂ ਗੁਰਬਾਣੀ ਪੜ੍ਹ ਕੇ ਦੇਖੋ। ਜਾਤ ਵਰਨ ਤੁਰਕ ਹਰ ਹਿੰਦੂ, ਪਸ ਪੰਖੀ ਅਨੇਕ ਜੋਨ ਜਿੰਦੂ, ਸਗਲ ਪਸਾਰ ਦੀਸੇ ਪਸਾਰਾ, ਬਿਨ ਸਜਾਏਗੋ ਸਗਲ ਕਾਰਾ। ਲੋ ਕਿੰਨਾ ਸਪਸ਼ਟ ਕਰਤਾ। ਕਹਿੰਦੇ ਜਿਹੜੇ ਇੱਥੇ ਜਾਤਾਂ ਵਰਨ, ਜਾਤ ਵਰਨ ਤੁਰਕ ਅਰ ਹਿੰਦੂ, ਜੋ ਤੁਹਾਨੂੰ ਇੱਥੇ ਜਾਤਾਂ ਵਰਨ ਮੁਸਲਮਾਨ ਹਿੰਦੂ ਇਹ ਸਭ ਦਿਖਦੇ ਆ ਨਾ, ਪਸ਼ੂ ਪੰਖੀ ਅਨੇਕ ਜੋਨ ਜਿੰਦੂ, ਜਿਹੜੇ ਪਸ਼ੂ ਪੰਖੀ ਅਨੇਕ ਜੋਨਾਂ ਦਿਖ ਰਹੀਆਂ, ਸਗਲ ਪਸਾਰ ਦੀਸੈ ਪਸਾਰਾ, ਬਿਨ ਸਜਾਏਗੋ ਸਗਲ ਕਾਰਾ। ਇਹ ਤਾਂ ਮਾਲਕ ਦਾ ਮਾਇਆ ਦੇ ਵਿੱਚ ਕੀਤਾ ਹੋਇਆ ਪਸਾਰਾ ਹੈ, ਇਹ ਤਾਂ ਸਾਰਾ ਖਤਮ ਹੋ ਜਾਣਾ ਹੈ। ਉਹਨਾਂ ਨੇ ਤਾਂ ਆਪਦੀ ਕਿਸੇ ਵੀ ਕੌਮ ਦਾ ਕਿਸੇ ਵੀ ਕੁੱਲ ਨੂੰ ਸਲਾਹਿਆ ਹੀ ਨਹੀਂ ਗਾ। ਅਤੇ ਜੇ ਅਸੀਂ 10ਵੇਂ ਪਾਤਸ਼ਾਹ ਦੇ ਕੋਲ ਚੱਲ ਕੇ ਪੁੱਛੀਏ ਵੀ ਸੱਚੇ ਪਾਤਸ਼ਾਹ ਤੁਹਾਡੀ ਵਰਨ ਜਾਂ ਜਾਤ ਜਾਂ ਤੁਸੀਂ ਕਿੱਥੋਂ ਪੈਦਾ ਹੋਏ ਹੋ, ਅਤੇ ਮਹਾਰਾਜ ਬੜਾ ਸਪਸ਼ਟ ਕਹਿੰਦੇ ਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਅਸੀਂ ਤਾਂ ਪਰਮ ਪੁਰਖ ਦੇ ਦਾਸ ਹਾਂ ਅਤੇ ਜਗਤ ਵਿੱਚ ਤਮਾਸ਼ਾ ਦੇਖਣ ਆਏ ਹਾਂ। ਕਿਉਂਕਿ ਇਹ ਧੁਰੋਂ ਆ ਰਹੇ ਆ। ਧੁਰ ਮਨ ਜਿਹੜਾ ਹੈ ਸੱਚ ਦੇ ਵਿੱਚ ਸਮਾਇਆ ਹੋਇਆ। ਜਿੱਥੇ ਅਸੀਂ ਰੋਜ਼ ਪੜ੍ਹਦੇ ਹਾਂ, ਤਿੱਥੈ ਜੋਧ ਮਹਾਬਲ ਸੂਰ, ਤਿਨਮੈ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਏ, ਨਾਉ ਮਰੈ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮੈਂ। ਉਹ ਯੋਧੇ ਮਹਾਬਲ ਜਿਹੜੇ ਸੂਰਮੇ ਸੱਚ ਦੇ ਵਿੱਚ ਸਮਾਏ ਬੈਠੇ ਆ, ਉੱਥੋਂ ਜਦੋਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ, ਫਿਰ ਉਹ ਜਗਤ ਦੇ ਵਿੱਚ ਤਮਾਸ਼ਾ ਦੇਖਣ ਆਉਂਦੇ ਆ। ਅਤੇ ਉਹਨਾਂ ਦੇ ਆਉਣ ਦੇ ਨਾਲ ਧਰਤੀ 'ਤੇ ਉਹਨਾਂ ਦੀ ਕੁੱਲ ਦੇ ਵਿੱਚ 4 ਚੰਨ ਲੱਗਦੇ ਆ। ਜਦੋਂ ਬਾਲੇ ਵਾਲੀ ਸਾਖੀ ਜਿਹੜੀ ਅੱਜ ਆਪਾਂ ਪੜ੍ਹਦੇ ਹਾਂ, ਬਾਲੇ ਵਾਲੀ ਸਾਖੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਲਿਖਾਉਣੀ ਸ਼ੁਰੂ ਕਰਦੇ ਆ, ਅਤੇ ਕੁਛ ਖਰੜੇ ਜਿਹੜੇ ਸੀਗੇ ਜਿੱਥੇ ਜਿੱਥੇ ਮਹਾਰਾਜ ਗਏ, ਜਾਂ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਲਿਖਾਉਣੀ ਜਦੋਂ ਸ਼ੁਰੂ ਕੀਤੀ, ਅਤੇ ਕੁਛ ਖਰੜੇ ਜਾਂ ਕੁਛ ਬਿਰਤਾਂਤ ਜਿਹੜੇ ਸੀ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਪਏ ਸੀਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਸੀਗੇ। ਮਹਿਤਾ ਜੀ ਔਰ ਮਾਤਾ ਜੀ ਵੀ ਜਿਹੜੇ ਸੀਗੇ, ਔਰ ਮਹਾਰਾਜ ਦੇ ਘਰੋਂ ਵੀ ਜਿਹੜੇ ਸੀਗੇ, ਇਹ ਸੱਚ 'ਚ ਸਮਾ ਗਏ ਸੀਗੇ। ਅਤੇ ਉਹ ਫਿਰ ਭੇਜਦੇ ਆ ਗੁਰਮੁਖਾਂ ਨੂੰ ਵੀ ਜਾਓ, ਜੋ ਕੋਈ ਖਰੜਾ ਹੈਗਾ ਅਤੇ ਉੱਥੋਂ ਘਰੋਂ ਜਾ ਕੇ ਲੈ ਕੇ ਆਓ। ਅੱਗੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਤਾਇਆ ਜੀ ਜਿਹੜੇ ਆ ਉਹ ਮਿਲਦੇ ਆ ਉਹਨਾਂ ਨੂੰ, ਅਤੇ ਉਹ
ਪਰਿਵਾਰ ਦੇ ਮੈਂਬਰ ਜਿਹੜੇ ਸੀ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਇੰਨੀ ਸੋਭਾ ਹੋਣ ਤੋਂ ਬਾਅਦ ਵੀ ਇੰਨਾ ਲਾਹਾ ਨਹੀਂ ਸੀ ਲੈ ਸਕੇ, ਕਿਉਂਕਿ ਉਹ ਇੱਕ ਮੋਹ ਵਸ ਆਪ ਦਾ ਪੁੱਤ ਭਾਈ ਭਤੀਜਾ ਹੀ ਸਮਝਦੇ ਰਹੇ। ਉਹ ਫਿਰ ਜਦੋਂ ਜਾਂਦੇ ਆ ਉੱਥੋਂ ਗੁਰਮੁਖ ਲੈਣ ਖਰੜਾ, ਅਤੇ ਤਾਇਆ ਜੀ ਨੂੰ ਜਾ ਕੇ ਪੁੱਛਦੇ ਆ, ਅਤੇ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਵੀ ਇੱਥੋਂ ਲੱਭ ਲਓ, ਇੱਥੇ ਉਹਨਾਂ ਦਾ ਜਿਵੇਂ ਜੋ ਪਿਆ ਹੋਇਆ ਮੈਂ ਤੁਹਾਨੂੰ ਕਮਰਾ ਖੋਲ੍ਹ ਦੇਣਾ ਅਤੇ ਜਾ ਕੇ ਲੱਭ ਲਓ। ਹੈਗੇ ਉਹ ਵੀ ਉਹਨਾਂ ਦੀ ਕੁੱਲ ਵਿੱਚੋਂ ਹੀ ਸੀ। ਸੋ ਇਹ ਕੁੱਲ ਜਾਤ ਜਿਹੜੀ ਹੈ ਇਹ ਤਾਂ ਮਹਾਰਾਜ ਨੇ ਸਾਨੂੰ ਸਪਸ਼ਟ ਕਰਕੇ ਦਿਸ ਦਿੱਤਾ ਹੈ ਵੀ ਕੁੱਲ ਜਾਂ ਜਾਤ ਜਿਹੜੀ ਉਦੋਂ ਮਾਇਨੇ ਰੱਖਦੀ ਆ ਜਦੋਂ ਅਸੀਂ ਸਿੱਖੀ ਨੂੰ ਵਿਚਾਰਦੇ ਹਾਂ। ਉਹ ਕੌਣ ਸਿੱਖ ਹੁੰਦਾ ਹੈ, ਕੌਣ ਕੁੱਲ ਵਿੱਚੋਂ ਹੁੰਦਾ ਹੈ। ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਜਦੋਂ ਸਿੱਖਿਆ ਦੀ ਵਿਚਾਰ ਕਰਾਂਗੇ, ਹੁਣ ਗੁਰੂ ਨਾਨਕ ਦੀ ਕੁੱਲ ਦੇ ਵਿੱਚੋਂ ਅੱਗੇ ਕੌਣ ਹੋਇਆ? ਗੁਰੂ ਨਾਨਕ ਦੀ ਕੁੱਲ ਵਿੱਚ ਗੁਰੂ ਅੰਗਦ ਦੇਵ ਹੋਏ, ਗੁਰੂ ਅੰਗਦ ਦੇਵ ਦੀ ਕੁੱਲ ਵਿੱਚ ਅੱਗੇ ਗੁਰੂ ਅਮਰਦਾਸ ਜੀ ਹੋਏ, ਕਿਉਂਕਿ ਕੁੱਲ ਜਿਹੜੀ ਸ਼ੁਰੂ ਹੁੰਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਹੈ। ਪਹਿਲੜਾ ਮੈਥਡ ਨਹੀਂ ਮਾਇਨੇ ਰੱਖਦਾ ਵੀ ਉਹ ਕੌਣ ਸੀ, ਕਿਹਨਾਂ ਦੇ ਘਰ 'ਚੋਂ ਸੀ, ਉਹ ਨਹੀਂ। ਜਿਹਨੇ ਆ ਕੇ ਸਾਨੂੰ ਬਿਰਤਾਂਤ ਦੱਸਿਆ, ਜਿਹਨੇ ਆ ਕੇ ਸੱਚ ਦਾ ਭੇਤ ਦਿੱਤਾ, ਉੱਥੋਂ ਸਿੱਖੀ ਸ਼ੁਰੂ ਹੁੰਦੀ ਪਈ ਆ, ਪਹਿਲੋਂ ਨਹੀਂ ਕਿਤੋਂ ਹੋ ਰਹੀ। ਜਾਂ ਪਹਿਲੋਂ ਕੋਈ ਜਨਮ ਦੇ ਮਰਨ ਦੇ ਜਾਂ ਕੋਈ ਵਾਰ ਸਰਾਪ, ਉਹ ਨਹੀਂ। ਗੱਲ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਸ਼ੁਰੂ ਹੋ ਰਹੀ। ਅਤੇ ਗੁਰੂ ਨਾਨਕ ਤੋਂ ਪਹਿਲੋਂ ਕੁੱਲ ਕਿਹੜੀ ਅਸੀਂ ਮੰਨਾਂਗੇ? ਕੁੱਲ ਹੀ ਸੱਚ ਤੋਂ ਸ਼ੁਰੂ ਹੋਈ। ਗੁਰੂ ਨਾਨਕ ਨੇ ਆ ਕੇ ਸਾਨੂੰ ਦੱਸਿਆ ਵੀ ਤੁਸੀਂ ਕਿਹੜੀ ਕੁੱਲ ਦੇ ਵਿੱਚੋਂ। ਅਤੇ ਸਾਰੇ ਜਿਨ੍ਹਾਂ ਨੇ ਉਸ ਸਿੱਖੀ ਨੂੰ, ਉਸ ਸਿੱਖਿਆ ਨੂੰ ਵਿਚਾਰ ਕੇ ਮੰਨਿਆ, ਉਹ ਗੁਰੂ ਨਾਨਕ ਦੀ ਕੁੱਲ ਦੇ ਵਿੱਚ ਅੱਗੇ ਵੱਧਦੇ ਗਏ। ਅਤੇ ਅੱਜ ਵੀ ਜਿਹੜੇ ਗੁਰਮੁਖ ਬ੍ਰਹਮ ਦੇ ਨਾਲ ਜੁੜੇ ਆ, ਨਾਮ ਦੇ ਸੱਚ ਦੇ ਨਾਲ ਜੁੜ ਕੇ, ਤ੍ਰੈਗੁਣ ਮਾਇਆ ਤੋਂ ਉੱਪਰ ਉੱਠ ਕੇ ਅਤੇ ਚੱਲਦੇ ਪਏ ਆ, ਸੱਚ ਦੇ ਸਨਮੁਖ ਹੋ ਕੇ ਚੱਲਦੇ ਆ, ਉਹ ਤਾਂ ਗੁਰੂ ਨਾਨਕ ਦੀ ਕੁੱਲ ਵਿੱਚੋਂ ਆ। ਅਤੇ ਜੋ ਮਾਤਰ ਸਿਰਫ ਦੁਨਿਆਵੀ ਤੌਰ 'ਤੇ ਆਪਦੀ ਜਾਤ ਵਰਨ ਨੂੰ ਜਣਾਉਂਦਾ ਪਿਆ, ਅਤੇ ਉਹ ਗੁਰੂ ਨਾਨਕ ਦੀ ਕੁੱਲ ਵਿੱਚੋਂ ਨਾ ਪਹਿਲੋਂ ਸੀ ਨਾ ਅੱਜ। ਕਿਉਂਕਿ ਇਹੀ ਜਦੋਂ ਗੱਦੀ ਚੱਲੀ ਅਤੇ ਇਹੀ ਤਾਂ ਵਿਚਾਰ ਉਹਨਾਂ ਦੇ ਅੱਗੇ ਬੱਚਿਆਂ ਨੇ ਪਾਈ ਵੀ ਸਾਡੇ ਪਿਤਾ ਦੇ ਕੋਲ ਗੱਦੀ ਸੀ, ਸਾਨੂੰ ਮਿਲਣੀ ਚਾਹੀਦੀ ਹੈ। ਪਰ ਗੁਰੂ ਨਾਨਕ ਦੇ ਆਪਦੀ ਕੁੱਲ ਵਿੱਚ ਦਿੱਤੀ। ਕੁੱਲ ਕਿਹੜੀ ਸੀ? ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖਿਆ ਦੀ ਵਿਚਾਰ ਕੀਤੀ ਸੀ। ਅੱਗੋਂ ਫਿਰ ਗੁਰੂ ਅਮਰਦਾਸ ਜੀ ਉਸ ਕੁੱਲ ਵਿੱਚ ਹੋਏ, ਗੁਰੂ ਰਾਮਦਾਸ ਜੀ ਹੋਏ। ਇਹ ਜਿਹੜੇ ਨਾਦੀ ਪੁੱਤ ਜਿਹੜੇ ਹੁੰਦੇ ਆ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹੀ ਕਿਹਾ, ਜੋ ਨਾਦ ਤੇ ਸੱਚ ਦੇ ਸਨਮੁਖ ਹੋਏਗਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਦੇ ਜਿਹੜੀ ਉਹ ਮੈਂ ਸਾਰਾ। ਜਿੰਨੀ ਦੇਰ ਤੱਕ ਨਾਮ ਸੱਚ ਵਿੱਚ ਰਹਿ ਕੇ ਤ੍ਰੈਗੁਣ ਤੋਂ ਨਿਆਰਾ ਰਹੂਗਾ, ਉਹ ਮੇਰਾ ਪੁੱਤ ਰਹੂਗਾ। ਅਤੇ ਜੇ ਵਿਪਰਨ ਦੀ ਰੀਤ ਚੱਲ ਪਿਆ ਤਾਂ ਮੈਂ ਇਹਦੀ ਪ੍ਰੀਤ ਨਹੀਂ ਕਰੂੰਗਾ। ਇਹ ਪੰਜਾਂ ਦੀ ਰੀਤ ਵਿੱਚ ਚਲਾ ਗਿਆ ਅਤੇ ਮਹਾਰਾਜ ਨੇ ਬੜਾ ਸਪਸ਼ਟ ਦੱਸਿਆ, ਫਿਰ ਨਹੀਂ ਮੈਂ ਉਹਦੀ ਪ੍ਰੀਤ ਕਰੂੰਗਾ। ਅਤੇ ਇਸ ਕਰਕੇ ਜਿਹੜੀ ਭਗਤਾਂ ਦੀ ਕੁੱਲ ਹੁੰਦੀ ਹੈ, ਉਹ ਦੁਨਿਆਵੀ ਨਹੀਂ ਹੁੰਦੀ, ਬ੍ਰਹਮ ਦੀ ਹੁੰਦੀ ਹੈ। ਕ੍ਰਿਸ਼ਨ ਜੀ ਮਹਾਰਾਜ ਨੇ ਜਿਹੜਾ ਪ੍ਰਚਾਰ ਕੀਤਾ, ਅਤੇ ਉਹਨਾਂ ਨੂੰ ਵੀ ਭਾਈ ਗੁਰਦਾਸ ਜੀ ਬਾਰੇ ਆਪਾਂ ਦੇਖਦੇ ਹਾਂ ਵੀ ਜਦੋਂ ਸੁਦਾਮਾ ਜੀ ਗਏ ਆ ਅਤੇ ਕਹਿੰਦੇ ਹਰ ਜੀ ਛੱਡ ਸਿੰਘਾਸਣ ਆਏ, ਉਹਨਾਂ ਨੇ ਹਰ ਜੀ ਦਾ ਵਰਣਨ ਕੀਤਾ ਹੋਇਆ। ਅਸੀਂ ਰੋਜ਼ ਪੜ੍ਹਦੇ ਹਾਂ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਵਨ ਮੈਂ ਰੰਗ ਕੀ ਹੈ। ਵਰਿੰਦਾਵਨ ਦੇ ਵਿੱਚ ਅਨੇਕਾਂ ਹੀ ਜਿਹੜੀਆਂ ਗੋਪੀਆਂ ਉੱਥੇ ਕਿਹਾ ਗਿਆ, ਜਿਹੜੀਆਂ ਵਿਰਾਗੀ ਰੂਹਾਂ ਸੀਗੀਆਂ, ਕਿਉਂਕਿ ਜੀਵ ਰੂਪੀ ਜਿਹੜਾ ਮਨ ਜਿਹੜਾ ਹੈਗਾ ਜੀਵ ਆ, ਇਹਨੂੰ ਇਸਤਰੀ ਦਾ ਨਾਮ ਦਿੱਤਾ ਗੁਰਬਾਣੀ 'ਚ। ਅਤੇ ਜਿਹੜੇ ਵਿਰਾਗੀ ਰੂਹਾਂ ਸੀ, ਸੱਚ ਦੇ ਨਾਲ ਆਪ ਦੇ ਮਨ ਨੂੰ ਰੰਗਣ ਦੀ, ਸੱਚ ਦੇ ਨਾਲ ਆਪਦੀ ਸੁਰਤੀ ਨੂੰ ਵਿਆਹੁਣ ਦਾ ਵਿਰਾਗ ਕਰਦੀਆਂ ਸੀਗੀਆਂ, ਉਹਨਾਂ ਨੂੰ ਫਿਰ ਵਰਿੰਦਾਵਨ ਦੇ ਵਿੱਚ ਸੱਚੇ ਪਾਤਸ਼ਾਹ ਨੇ ਕ੍ਰਿਸ਼ਨ ਮਹਾਰਾਜ ਦੇ ਰੂਪ ਦੇ ਵਿੱਚ ਭੇਤ ਦਿੱਤਾ ਦੁਆਪਰ 'ਚ। ਇਸ ਤਰ੍ਹਾਂ ਰਾਮ ਜੀ ਦੇ ਰੂਪ ਦੇ ਵਿੱਚ ਭੇਤ ਦਿੱਤਾ। ਅਤੇ ਜਿਨ੍ਹਾਂ ਨੇ ਕ੍ਰਿਸ਼ਨ ਮਹਾਰਾਜ ਤੋਂ ਬਾਅਦ ਉਹਨਾਂ ਦੀ ਗੱਲ ਮੰਨੀ, ਉਹ ਉਹਨਾਂ ਦੀ ਕੁੱਲ ਵਿੱਚ ਹੋਏ। ਹੁਣ ਕਬੀਰ ਸਾਹਿਬ ਆਪਦੀ ਕੁੱਲ ਦੀ ਗੱਲ ਦੱਸਦੇ ਆ। ਕਬੀਰ ਸਾਹਿਬ ਕਹਿੰਦੇ ਡੋਬਾ ਬੰਸਬ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਕਰ ਲੈ ਆਇਆ ਮਾਲ। ਕਹਿੰਦੇ ਜਿਹੜਾ ਸਾਡਾ ਪੁੱਤ ਆ ਨਾ, ਉਹਨੇ ਹਰੀ ਦਾ ਸਿਮਰਨ ਛੱਡ ਕੇ ਤੇ ਮਾਇਆ ਦੇ ਨਾਲ ਪ੍ਰੇਮ ਪਾ ਲਿਆ। ਇਹ ਮਾਲਕ ਦੀ ਅੰਸ ਬੰਸ ਨੂੰ ਪ੍ਰਾਪਤ ਨਹੀਂ ਕਰ ਸਕਿਆ, ਸਿਰਫ ਦੁਨਿਆਵੀ ਰੂਪ ਦੇ ਵਿੱਚ ਕਬੀਰ ਸਾਹਿਬ ਦਾ ਪੁੱਤ ਰਹਿ ਗਿਆ। ਉਹਨਾਂ ਨੇ ਆਪਦੀ ਬੰਸਦਾ ਉਹਨੂੰ ਮੰਨਿਆ ਹੀ ਨਹੀਂ, ਕਿਉਂਕਿ ਭਗਤਾਂ ਦੀ ਬੰਸ ਅਲੱਗ ਹੁੰਦੀ ਆ। ਅਤੇ ਰਾਮ ਜੀ ਤੋਂ ਬਾਅਦ ਅਵਤਾਰ ਕੋਈ ਦੂਜਾ ਹੋਇਆ ਹੀ ਨਹੀਂ। ਉਦੋਂ ਬਾਅਦ ਕਲਯੁੱਗ 'ਚ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਅਵਤਾਰ ਹੋਏ ਆ, ਅਤੇ ਇਹ ਸਾਰੀ ਅਕਾਲ ਪੁਰਖ ਦੀ ਬੰਸ ਵਿੱਚੋਂ ਹੋਏ ਆ। ਅਤੇ ਮਹਾਰਾਜ ਕਹਿੰਦੇ ਫਿਰ ਡੂਬਾ ਬੰਸ ਕਬੀਰ ਕਾ ਉਪਜਿਆ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਉਹ ਹਰੀ ਦਾ ਸਿਮਰਨ ਛੱਡ ਕੇ ਅਤੇ ਮਾਲ ਦੇ ਨਾਲ ਉਹਨੇ ਪਿਆਰ ਪਾ ਲਿਆ ਆ, ਡੁੱਬ ਗਿਆ ਬੰਸ। ਕਹਿੰਦੇ
ਵੁੱਢ ਗਿਆ। ਤੇ ਇਸ ਕਰਕੇ 10ਵੇਂ ਪਾਤਸ਼ਾਹ ਵੀ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਪ੍ਰਭ ਜਗਤ ਕਹਾ ਸੋ ਕਹਿਓ, ਮਿਰਤ ਲੋਕ ਤੇ ਮੋਨ ਨਾ ਰਹਿਓ। ਕਹਿੰਦੇ ਜੋ ਸਾਨੂੰ ਸੱਚੇ ਪਾਤਸ਼ਾਹ ਨੇ ਉਪਦੇਸ਼ ਹੁਕਮ ਲਾਇਆ ਉਹੀ ਅਸੀਂ ਜਗਤ ਦੇ ਵਿੱਚ ਆ ਕੇ ਕਿਹਾ। ਫਿਰ ਮਹਾਰਾਜ ਦੱਸਦੇ ਵੀ ਆ ਵੀ ਕੀ ਸਾਨੂੰ ਕਹਿ ਕੇ ਭੇਜਿਆ। ਕਹਿਓ ਪ੍ਰਭ ਸੋ ਭਾਖਿਓ, ਕਿਸੂ ਨਾ ਕਾਨ ਰਾਖਿਓ। ਕਹਿੰਦੇ ਕਿਸੇ ਦੀ ਤੂੰ ਪਰਵਾਹ ਨਹੀਂ ਕਰਨੀ ਉੱਥੇ ਜਾ ਕੇ, ਮੈਨੂੰ ਮਾਲਕ ਨੇ ਕਿਹਾ। 10ਵੇਂ ਪਾਤਸ਼ਾਹ ਕਹਿੰਦੇ, ਕਿਸੂ ਨਾ ਕਾਨ ਰਾਖਿਓ, ਕਿਸੂ ਨਾ ਭੇਖ ਭੀਜਿਓ, ਅਲੇਖ ਬੀਜ ਬੀਜਿਓ। ਕਹਿੰਦੇ ਕਿਸੇ ਦੇ ਉੱਥੇ ਭੇਖ ਤੋਂ ਜਾ ਕੇ ਨਾ ਪ੍ਰਭਾਵਿਤ ਹੋ ਜਾਵੀਂ ਵੀ ਆਹ ਫਲਾਣੀ ਸੰਸਥਾ ਹੈ, ਆਹ ਜੀ ਵੱਡੇ ਮਹੰਤ ਜੀ ਨੇ, ਆਹ ਹਿੰਦੂ ਨੇ, ਆਹ ਤੁਰਕ ਨੇ, ਆਹ ਜੈਨੀ ਨੇ। ਕਹਿੰਦੇ ਇਹਨਾਂ ਭੇਖਾਂ ਵਿੱਚ ਜਾ ਕੇ ਨਾ ਉੱਥੇ ਪੈ ਜਾਈਂ। ਹੁਣ ਇਹਨਾਂ ਦੀ ਆਪਾਂ ਵੰਸ਼ ਕਿਹੜੀ ਕਹਿ ਦਿਆਂਗੇ? ਇਹ ਤਾਂ ਅਕਾਲ ਪੁਰਖ ਦੀ ਵੰਸ਼ ਵਿੱਚੋਂ ਸਿੱਧੇ ਪ੍ਰਗਟ ਹੋ ਰਹੇ ਆ। ਦੁਨਿਆਵੀ ਵੰਸ਼ ਹੀ ਨਹੀਂ ਹੈਗੀ ਉਹਨਾਂ ਦੀ। ਦੁਨਿਆਵੀ ਜਿਸ ਵੰਸ਼ ਦੇ ਵਿੱਚ ਆ ਕੇ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਸੀਗੇ, ਪਰ ਉਹਨਾਂ ਦੀ ਜਿਹੜੀ ਗਣਨਾ ਹੈ, ਉਹਨਾਂ ਦਾ ਜਿਹੜਾ ਵਡਿਆਈ ਏ, ਉਹ ਅਕਾਲ ਪੁਰਖ ਦੇ ਨਾਮ ਤੇ ਹੋਈ ਹੈ। ਤੇ ਇਸ ਕਰਕੇ ਅਸੀਂ ਉਹਨਾਂ ਦੀ ਵੰਸ਼ ਅਕਾਲ ਪੁਰਖ ਨੂੰ ਮੰਨਦੇ ਹਾਂ, ਜੋ ਗੁਰਮਤਿ ਦੇ ਆਧਾਰ ਤੇ ਵੰਸ਼ ਮੰਨੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਫਿਰ ਸਾਨੂੰ ਕਹਿੰਦੇ ਆ, ਪਖਾਣ ਪੂਜਿਓ ਨਹੀਂ। ਉੱਥੇ ਜਾ ਕੇ ਪੱਥਰਾਂ ਦੀ ਤੋਂ ਨਹੀਂ ਪੂਜਾ ਕਰਨੀ। ਅਕਾਲ ਪੁਰਖ ਕਹਿੰਦੇ, ਗੁਰੂ 10ਵੇਂ ਪਾਤਸ਼ਾਹ ਸਾਨੂੰ ਕਹਿੰਦੇ, ਅਕਾਲ ਪੁਰਖ ਨੇ ਇਹ ਕਿਹਾ, ਪਖਾਣ ਪੂਜਿਓ ਨਹੀਂ, ਨੈ ਭੇਖ ਭੀਜਿਓ ਕਹੀਂ। ਤੇ ਉੱਥੇ ਜਾ ਕੇ ਭੇਖਾਂ ਦੇ ਵਿੱਚ, ਦਿਖਾਵੇ ਵਿੱਚ ਨਾ ਪੈ ਜਾਈਂ, ਪੱਥਰਾਂ ਦੀ ਪੂਜਾ ਨਾ ਕਰਨ ਲੱਗ ਜਾਈਂ। ਅਨੰਤ ਨਾਮ ਗਇਓ। ਕਹਿੰਦੇ ਉੱਥੇ ਜਾ ਕੇ ਸਿਰਫ ਨਿਰੰਕਾਰ ਦੀ, ਮੇਰੀ ਨਾਮ ਦੀ ਹੀ ਤੂੰ ਸੋਭਾ ਕਰਾਉਣੀ ਆ। ਪਰਮ ਪੁਰਖ ਪਇਓ। ਤੇ ਪਰਮ ਤੇ ਪੁਰਖ ਜੋ ਤੈਨੂੰ ਇਹ ਸੱਚ ਜੋਤ ਦਾ ਭੇਤ ਦਿੱਤਾ, ਇਸੇ ਦਾ ਜਾ ਕੇ ਤੂੰ ਉੱਥੇ ਉਪਾਸਨਾ ਕਰਨੀ ਹੈ। ਜਟਾ ਨਾ ਸੀਸ ਧਾਰਿਓ। ਉੱਥੇ ਜਾ ਕੇ ਸੀਸ ਉੱਪਰ ਜਟਾ ਨਾ ਬਣਾ ਕੇ ਬਹਿ ਜੀ। ਨੈ ਮੁੰਦਰ ਕਾ ਸੋ ਧਾਰੇ ਹੋ। ਕੰਨਾਂ ਵਿੱਚ ਮੁੰਦਰਾ ਨਾ ਪਾਈ ਉੱਥੇ ਜਾ ਕੇ, ਨਾ ਉੱਥੇ ਪ੍ਰਚਾਰ ਕਰੀ ਇਹਨਾਂ ਦਾ। ਨਾ ਕਾਨ ਕਾਹੂ ਕੀ ਧਰੋ। ਤੇ ਉੱਥੇ ਜਾ ਕੇ ਸਪੈਸ਼ਲ ਗੱਲ ਵੀ ਮੇਰੇ ਤੋਂ ਸਿਵਾ ਤੂੰ ਕਿਸੇ ਦੀ ਕਾਣ ਨਹੀਂ ਰੱਖਣੀ, ਪਰਵਾਹ ਨਹੀਂ ਕਰਨੀ ਉੱਥੇ ਕਿਸੇ ਦੀ ਜਾ ਕੇ। ਕਹਿਓ ਪ੍ਰਭ ਸੋ ਮੈਂ ਕਰੋ। ਕਹਿੰਦੇ ਸਾਨੂੰ ਤਾਂ ਜੋ ਅਕਾਲ ਪੁਰਖ ਕਹਿਣਗੇ ਮੈਂ ਉਹੀ ਕਰੂੰਗਾ। ਹੁਣ ਦੇਖ ਲਓ ਕਿਹੜੀ ਕੁੱਲ ਸੀ ਉਹਨਾਂ ਦੀ। ਉਹ ਸਿੱਧੇ ਆਪਦੇ ਪਿਤਾ ਦੀ ਗੱਲ ਦੱਸਦੇ ਪਏ, ਮੇਰਾ ਪਿਤਾ ਕੀ ਮੈਨੂੰ ਕਹਿੰਦਾ। ਭਜੋ ਸੋ ਏਕ ਨਾਮਯੰ, ਜੋ ਕਾਮ ਸਰਬ ਠਾਮਯੰ। ਉੱਥੇ ਜਾ ਕੇ ਸਿਰਫ ਮੇਰਾ ਧਿਆਨ ਧਰ ਕੇ ਹੀ ਤੂੰ ਨਾਮ ਜਪਣਾ ਹੈ, ਧਿਆਉਣਾ ਹੈ, ਤੇ ਉਹੀ ਤੈਨੂੰ ਹਰੇਕ ਜਗ੍ਹਾ ਤੇ ਕੰਮ ਆਊਗਾ। ਨੈ ਜਾਪ ਆਨ ਕੋ ਜਪੋ, ਨੈ ਔਰ ਥਪ ਨਾ ਥਪੋ। ਕਿਸੇ ਹੋਰ ਦਾ ਜਾਪ ਨਹੀਂ ਉੱਥੇ ਜਾ ਕੇ ਜਪਣਾ, ਨਾ ਹੀ ਉੱਥੇ ਜਾ ਕੇ ਕੋਈ ਦੂਜਾ ਧਰਮ ਚਲਾਉਣਾ ਹੈ। ਜੋ ਧਰਮ ਚਲਾਉਣਾ ਹੈ, ਜੋ ਪੰਥ ਚਲਾਉਣਾ ਹੈ, ਜੋ ਗਿਆਨ ਦੇਣਾ, ਇੱਕੋ ਸੱਚ ਨਾਮ ਆਪਣੇ ਘਰ ਦਾ, ਜਿਸ ਘਰ ਤੋਂ ਤੂੰ ਹੁਣ ਚੱਲਿਆ, ਇਸ ਪ੍ਰਕਾਸ਼ ਦਾ ਜਾ ਕੇ ਉੱਥੇ ਖੇਲ ਕਰਨਾ ਤੂੰ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਪ੍ਰਚਾਰ ਕੀਤਾ ਇੱਥੇ ਆ ਕੇ। ਜਿਨ ਜਿਨ ਨਾਮ ਤਿਹਾਰੋ ਧਿਆਇਆ, ਦੁਖ ਪਾਪ ਤਿਨ ਨਿਕਟ ਨਾ ਆਇਆ। ਜੇ ਜੇ ਔਰ ਧਿਆਨ ਕੋ ਧਰਹੀ, ਬਹਿਸ ਬਹਿਸ ਬਾਦਨ ਤੇ ਮਰਹੀ। ਮਹਾਰਾਜ ਕਹਿੰਦੇ ਆ, ਜਿਨ੍ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਧਿਆਇਆ ਤੇ ਉਹਨਾਂ ਨੂੰ ਸੱਚ ਦੇ ਨੂੰ ਧਿਆਇਆ ਆ, ਉਹਨਾਂ ਦੇ ਪ੍ਰਕਾਸ਼ ਨੂੰ, ਉਸ ਅਨਾਹਦ ਨਾਮ ਨੂੰ ਧਿਆਇਆ ਆ, ਉਹਨਾਂ ਤੋਂ ਦੁੱਖ ਪਾਪ ਕਲ ਕਲੇਸ਼ ਜਨਮ ਮਰਨ ਖਤਮ ਹੋ ਗਏ। ਤੇ ਜਿਨ੍ਹਾਂ ਨੇ ਆਕਾਰਾਂ ਦੀ ਪੂਜਾ ਕੀਤੀ, ਆਕਾਰਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਧਿਆਉਂਦੇ ਰਹੇ, ਤੇ ਉਹ ਕਹਿੰਦੇ ਫਿਰ ਵਾਰ-ਵਾਰ ਜਨਮ ਮਰਨ ਦੇ ਵਿੱਚ ਆਏ। ਫਿਰ ਕਹਿੰਦੇ ਆ, ਹਮ ਏਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕਰ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ। ਇਸੇ ਕਾਜ ਲਈ ਅਸੀਂ ਜਨਮ ਲਿਆ ਹੈ, ਧਰਮ ਦਾ ਵਿਸਥਾਰ ਕਰਨ ਦੇ ਲਈ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਭ ਮਨਮੰਗ। ਸਾਰੇ ਸਾਧੂ ਸਮਝ ਲੈਣ ਅਸੀਂ ਨਾਮ ਦਾ ਲਾਹਾ ਦੇਣ ਆਏ ਹਾਂ। ਨਾ ਕੋਈ ਦੁਨਿਆਵੀ ਸਾਡਾ ਖੇਲ ਹੈ, ਤੇ ਨਾ ਦੁਨਿਆਵੀ ਅਸੀਂ ਕੋਈ ਉਸਤਤ ਕਰਾਉਣ ਆਏ ਹਾਂ। ਤੇ ਸਾਨੂੰ ਮਹਾਰਾਜ ਨੇ ਹੁਕਮ ਲਾਇਆ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਧਰਮ ਪੈਦਾ ਕਰਨ ਲਈ ਕਿਹੜਾ? ਅਕਾਲੀ ਧਰਮ, ਪ੍ਰਕਾਸ਼ ਦਾ ਧਰਮ, ਉਸ ਨੂਰ ਦਾ ਧਰਮ। ਤੇ ਸੰਤਾਂ ਦਾ ਉਦਾਰ ਕਰਨ ਦੇ ਲਈ, ਜਿਹੜੇ ਸੰਤ ਕਲਯੁਗ ਦੇ ਤੱਤੇ ਪੈਰਿਆਂ ਦੇ ਹੇਠ ਦਬੇ ਪਏ ਸੀ, ਨਾਮ ਤੋਂ ਵਾਂਝੇ ਸੀ, ਲਾਹੇ ਨਹੀਂ ਸੀ ਮਿਲਦੇ, ਉਹਨਾਂ ਸੰਤਾਂ ਦਾ ਉਬਾਰ ਕਰਨ ਅਸੀਂ ਆਏ ਹਾਂ। ਤੇ ਦੁਸ਼ਟਾਂ ਦਾ, ਪੰਜਾਂ ਦਾ, ਕਾਲ ਜਾਲ ਦਾ, ਮਨਮੁੱਖਾਂ ਨੂੰ ਅਸੀਂ ਮੂਲ ਤੋਂ, ਜੜ੍ਹ ਤੋਂ ਪੱਟਣ ਆਏ ਹਾਂ। ਤੇ ਫਿਰ ਉਹਨਾਂ ਨੇ ਇਹ ਵੀ ਕਹਿਤਾ ਅੱਗੇ, ਜੇ ਜੇ ਭਏ ਪਹਿਲ ਅਵਤਾਰਾ, ਆਪ ਆਪ ਤਿਨ ਜਾਪ ਉਚਾਰਾ।
ਪ੍ਰਭ ਦੋਖੀ ਕੋਈ ਨਾ ਬਿਦਾਰਾ ਧਰਮ ਕਰਨ ਕੋ ਰਾਹ ਨਾ ਡਾਰਾ। ਕਹਿੰਦੇ ਇਹ ਵੀ ਸਾਨੂੰ ਅਕਾਲ ਪੁਰਖ ਨੇ ਕਿਹਾ ਵੀ ਜਿੰਨੇ ਵੀ ਪਹਿਲੜੇ ਯੁੱਗਾਂ ਦੇ ਵਿੱਚ ਅਵਤਾਰ ਹੋਏ ਆ ਉਹਨਾਂ ਨੇ ਮੇਰੇ ਨਾਲ ਜੋੜਨ ਦੀ ਬਜਾਏ ਆਪ ਦੇ ਨਾਮ ਦੇ ਨਾਲ ਜੋੜ ਲਿਆ। ਹੁਣ ਦੇਖ ਲਓ ਫਿਰ ਉਹ ਕਿਹੜੀ ਵੰਸ਼ 'ਚੋਂ ਸੀ। ਸਾਰੀ ਉਹਦਾ ਆਪਦੇ ਪਿਤਾ ਦੇ ਨਾਲ ਜਿਵੇਂ ਪੁੱਤ ਦੀ ਗੱਲ ਹੋਈ, ਪ੍ਰਕਾਸ਼ ਰੂਪ ਸੂਖਮ ਰੂਪ 'ਚ ਉਹਨਾਂ ਨੇ ਆ ਕੇ ਇੱਥੇ ਦੱਸੀ ਆਪਦੀ ਬਾਣੀ 'ਚ। ਜੇ ਭਏ ਪਹਿਲ ਅਵਤਾਰਾ ਆਪ ਤੇ ਨਜਾਪ ਉਚਾਰਾ। ਆਪ ਦਾ ਨਾਮ ਉਹ ਚਮਕਾ ਕੇ ਚਲੇ ਗਏ। ਮਾਲਕ ਦੀ ਉਹਨਾਂ ਨੇ ਵਿਚਾਰ ਹੀ ਨਹੀਂ ਕਰਾਈ। ਜੇ ਗੌਸ ਅੰਬੀਆ ਪਏ, ਜਿੰਨੇ ਵੀ ਪੀਰ ਫਕੀਰ ਨਬੀ ਇੱਥੇ ਹੋਏ ਨੇ, ਮੈਂ ਕਰਤ ਜਗਤ ਤੇ ਗਏ। ਮਹਾਂਪੁਰਖ ਕਾਹੂ ਨਾ ਪਛਾਨਾ, ਕਰਮ ਧਰਮ ਕੋ ਕਛੂ ਨਾ ਜਾਨਾ। ਆਪ ਆਪਦੀ ਚਲਾਈ, ਆਪ ਆਪਦਾ ਡੇਰਾ ਬਣਾਇਆ, ਆਪ ਆਪਦੀਆਂ ਸੰਸਥਾਵਾਂ ਬਣਾਈਆਂ, ਆਪ ਆਪਦੇ ਚੇਲੇ ਘੜੇ, ਆਪ ਆਪਦਾ ਨਾਮ ਚਮਕਾਇਆ, ਆਪ ਆਪਦੀ ਐਸ਼ ਲੁੱਟੀ ਤੇ ਚਲੇ ਗਏ। ਮਹਾਂਪੁਰਖ ਨੂੰ ਕਿਸੇ ਨੇ ਪਛਾਣਿਆ ਹੀ ਨਹੀਂ ਗਾ। ਫਿਰ ਕਹਿੰਦੇ ਆਵਰਣ ਕੀ ਆਸਾ ਕਿਛ ਨਾਹੀ, ਏਕ ਆਸ ਧਰੋ ਮਨ ਮਾਹੀ। ਆਨ ਆਸ ਉਪਜਤ ਕਿਛ ਨਾਹੀ, ਵਾਕੀ ਆਸ ਧਰੋ ਮਨ ਮਾਹੀ। ਕਹਿੰਦੇ ਸਾਰਿਆਂ ਦੀਆਂ ਆਸਾਂ ਛੱਡ ਕੇ ਇੱਕੋ ਮਾਲਕ ਦੀ ਆਸ ਦੇ ਵਿੱਚ ਤੁਸੀਂ ਚੱਲੋ, ਫਿਰ ਤੁਹਾਡਾ ਉਦਾਰ ਹੋ ਸਕਦਾ ਹੈ। ਸੋ ਹੁਣ ਇਸੇ ਨਿਚੋੜ ਦੇ ਵਿੱਚ ਚੱਲਦਾ ਹੈ ਵੀ ਜਿਹੜੀ ਸਿੱਖੀ ਆ ਉਹ ਕਿਤੇ ਪਹਿਲੜੇ ਯੁੱਗਾਂ ਤੋਂ ਨਹੀਂ ਸ਼ੁਰੂ ਹੋਈ। ਠੀਕ ਆ, ਪਹਿਲੋਂ ਪ੍ਰਚਾਰ ਹੋਇਆ, ਪਰ ਜੋ ਸਿੱਖੀ ਸ਼ੁਰੂ ਹੀ ਹੁੰਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ। ਸਾਡੇ ਵਲੀ, ਸਾਡੇ ਇੱਕ, ਸਾਡੇ ਪਿਤਾ, ਸਾਡੇ ਮਾਤਾ, ਬੰਸ ਅੰਸ ਜੋ ਉਹਨਾਂ ਦੇ ਹੁਕਮ ਮੁਤਾਬਕ ਚੱਲੇਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਅਤੇ ਉਹਨਾਂ ਨੂੰ ਤੁਸੀਂ ਦੁਨਿਆਵੀ ਨਹੀਂ ਮਿਣ ਸਕਦੇ। ਦੁਨਿਆਵੀ ਤਾਂ ਉਹਨਾਂ ਨੇ ਘਰ ਦੇ, ਜਦੋਂ ਦੁਨਿਆਵੀ ਅਸੀਂ ਤਾਂ ਮਿਣਦੇ ਕਿ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜਨੇਊ ਪਾਉਂਦੇ ਸੀ ਉਦੋਂ ਨੂੰ ਜਨੇਊ ਪਾਉਂਦੇ, ਉਹ ਵੀ ਗੰਗਾ ਦੇ ਵਿੱਚ ਜਾ ਕੇ ਤੇ ਪਾਣੀ ਜਿਹੜਾ ਆ ਸੂਰਜ ਵੱਲ ਚੜਾਉਂਦੇ, ਫਿਰ ਅਸੀਂ ਗਿਣਦੇ ਵੀ ਇਹਨਾਂ ਦੀ ਵੰਸ਼ ਕਿਹੜੀ ਸੀ ਬਈ ਪਿੱਛੋਂ। ਉਹਨਾਂ ਨੇ ਤਾਂ ਆਪਦੇ ਪਰਿਵਾਰ ਤੋਂ ਹੀ ਪਹਿਲੋਂ ਪ੍ਰਚਾਰ ਸ਼ੁਰੂ ਕੀਤਾ ਵੀ ਜਿਹੜਾ ਜਨੇਊ ਦਾ ਖੰਡਨ ਕੀਤਾ, ਫਿਰ ਉਹਨਾਂ ਨੇ ਜਿਹੜਾ ਹੈਗਾ ਸੂਤਕ ਦਾ ਖੰਡਨ ਕੀਤਾ, ਫਿਰ ਉਹਨਾਂ ਨੇ ਪਾਣੀ ਝੱਟਣ ਦਾ ਜਿਹੜਾ ਇਹ ਝੱਟਦੇ ਸੀਗੇ ਸੂਰਜ ਪਾਸੇ ਉਸ ਸਮੇਂ ਦੇ ਅਗਿਆਨਤਾਵਸ ਜੀਵ, ਉਹਦਾ ਖੰਡਨ ਕੀਤਾ। ਫਿਰ ਉਹਨਾਂ ਨੇ, ਤੁਸੀਂ ਆਪਾਂ ਸੁਣਦੇ ਹਾਂ ਵੀ ਜਦੋਂ ਹੱਜ ਵਿੱਚ ਜਾਂਦੇ ਆ ਅਤੇ ਉਹ ਪੈਰ ਜਿਹੜਾ ਆ ਮੱਕੇ ਪਾਸੇ ਕਰਕੇ ਪੈ ਜਾਂਦੇ ਆ, ਉਹ ਜਿੱਧਰ ਪੈਰ ਘੁਮਾਉਂਦੇ ਉੱਧਰ ਮੱਕਾ ਘੁੰਮਦਾ, ਉਹਦਾ ਖੰਡਨ ਕੀਤਾ। ਅਤੇ ਉਹਨਾਂ ਨੇ ਕੋਈ ਰੀਤੀ ਰਿਵਾਜ ਮੰਨਿਆ ਹੀ ਨਹੀਂ, ਇਸ ਕਰਕੇ ਉਹਨਾਂ ਦੀ ਕੁੱਲ ਨਹੀਂ ਮੰਨੀ ਜਾਏਗੀ। ਅਤੇ ਗਾਂ 9 ਪਾਤਸ਼ਾਹੀਆਂ ਜਿਹੜੀਆਂ ਹੋਈਆਂ ਨੇ ਉਹ ਵੀ ਉਹਨਾਂ ਨੇ ਨਾਨਕ ਨਾਮ ਲੇਵਾ ਪ੍ਰਚਾਰ ਸ਼ੁਰੂ ਕੀਤਾ। ਸੋ ਇਸ ਕਰਕੇ ਇਹ ਦੁਨਿਆਵੀ ਗੱਲਾਂ ਨੇ, ਇੱਕ ਰਾਜਨੀਤਿਕ ਸਮਾਜਿਕ ਭੜਕਾਵ ਦੀਆਂ ਗੱਲਾਂ ਨੇ ਜੋ ਆਏ ਦਿਨ ਕਾਲ ਨੇ ਕੋਈ ਨਾ ਕੋਈ ਨਮੂਨਾ ਛੱਡਣਾ ਹੁੰਦਾ ਹੈ ਸਾਨੂੰ ਰਜੋਗੁਣੀ ਤਮੋਗੁਣੀ ਸਤੋਗੁਣੀ ਵਿਚਾਰਾਂ ਦੇ ਵਿੱਚ ਉਲਝਾਉਣ ਦੇ ਲਈ, ਕਿਉਂਕਿ ਨਾਮਦਾਨ ਦੇ ਦੇਸ਼ ਦੇ ਵਿੱਚ ਭੇਤ ਨਹੀਂ ਹੈਗਾ। ਇਸ ਤਰੀਕੇ ਵਾਰ-ਵਾਰ ਗਲਤ ਗੱਲਾਂ ਇਸ ਤਰ੍ਹਾਂ ਗਾਈਡ ਕਰਕੇ ਧਰਮ ਨੂੰ ਖ਼ਤਮ ਕਰ ਰਿਹਾ ਔਰ ਸਾਨੂੰ ਨਾਮ ਤੋਂ, ਸੱਚ ਤੋਂ ਤੋੜ ਕੇ ਕਿਸੇ ਹੋਰ ਬੰਨੇ ਹੀ ਲਈ ਜਾ ਰਿਹਾ ਹੈ। ਅਸੀਂ ਜੇਕਰ ਕੋਈ ਪ੍ਰੋਟੈਸਟ ਕਰ ਰਹੇ ਹਾਂ, ਕੋਈ ਲੜਾਈ ਵੀ ਕਰ ਰਹੇ ਹਾਂ, ਜਾਂ ਕੋਈ ਗੱਲਾਂ ਬਾਤਾਂ ਵਿਚਾਰ ਜਾਂ ਕੋਈ ਕਥਾ ਵਿਚਾਰਾਂ ਵੀ ਕਰਦੇ ਹਾਂ, ਅਤੇ ਕਿਸੇ ਹੋਰ ਹੀ ਗੱਲਾਂ ਵਿੱਚ ਕਿਸੇ ਹੋਰ ਹੀ ਦੁਬਦਾ ਜਾ ਕੇ ਕਰਨ ਲੱਗ ਗਏ ਹਾਂ। ਜੇ ਸਾਨੂੰ ਪਤਾ ਹੋਵੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਕੌਣ ਸੀ, ਕਿਵੇਂ ਆਏ ਸੀ ਅਤੇ ਕਿੱਥੋਂ ਆਏ ਸੀ, ਜਾਂ 10ਵੇਂ ਪਾਤਸ਼ਾਹ ਕੌਣ ਸੀ, ਜਿਵੇਂ ਹੁਣ ਆਪਾਂ ਬਿਰਤਾਂਤ ਕੀਤਾ ਉਹਨਾਂ ਦਾ, ਅਤੇ ਕਿੱਥੋਂ ਆਏ ਸੀ ਅਤੇ ਕਿਹਨੇ ਉਹਨਾਂ ਨੂੰ ਭੇਜਿਆ ਸੀ, ਉਹਨਾਂ ਦੀ ਕੁੱਲ ਕਿਹੜੀ ਸੀ, ਅਤੇ ਫਿਰ ਅਸੀਂ ਬਖੂਬੀ 10ਵੇਂ ਪਾਤਸ਼ਾਹ ਦਾ, ਪਹਿਲੇ ਪਾਤਸ਼ਾਹ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਆਪਾਂ ਪ੍ਰਚਾਰ ਕਰ ਸਕਦੇ ਹਾਂ। ਅਤੇ ਇਹੀ ਖੇਲ ਲਾ ਕੇ ਅੱਜ ਅਸੀਂ ਇਹ ਕਹਿਣ ਲੱਗ ਗਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਗੁਰੂ ਨੇ, ਅਤੇ ਇਹ ਪਤਾ ਨਹੀਂ ਵੀ ਸਿੱਖ ਕੌਣ ਹੁੰਦਾ ਹੈ, ਕਿਹੜੀ ਸਿੱਖੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ। ਅਤੇ ਇਹ ਤਾਂ ਚਾਰੇ ਵਰਨ ਦੇ ਵਿੱਚ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਮਤਿ ਨੂੰ ਮੰਨੇਗਾ, ਜੋ ਮਹਾਰਾਜ ਦੇ ਤੌਰ ਤਰੀਕਿਆਂ ਨੂੰ ਮੰਨ ਕੇ ਅਕਾਲ ਪੁਰਖ ਨੂੰ ਧਿਆਏਗਾ, ਜਿੱਥੋਂ ਸਾਰੀ ਯੂਨੀਵਰਸ ਪੈਦਾ ਹੋਇਆ, ਅਤੇ ਉਹ ਸਿੱਖ ਹੈ। ਗੁਰਬਾਣੀ ਦੇ ਮੁਤਾਬਕ ਚੱਲੋ, ਅਤੇ ਜਿੱਥੋਂ ਯੂਨੀਵਰਸ ਪੈਦਾ ਹੋਇਆ ਗੁਰਬਾਣੀ ਉੱਥੇ ਲਿਜਾ ਰਹੀ, ਕਿਸੇ ਆਕਾਰ ਵਿੱਚ ਨਹੀਂ ਲੈ ਕੇ ਜਾ ਰਹੀ। ਸੋ ਇਸ ਕਰਕੇ ਭਗਤਾਂ ਦੀ, ਅਵਤਾਰ, ਪੀਰ ਪੈਗੰਬਰ ਜਿੰਨੇ ਵੀ ਹੁੰਦੇ ਨੇ, ਉਹਨਾਂ ਦੀ ਕੁੱਲ ਜਿਹੜੀ ਆ ਸੱਚਖੰਡ ਤੋਂ ਸ਼ੁਰੂ ਹੁੰਦੀ ਆ, ਉਹਨਾਂ ਦੀ ਜਾਤ ਉੱਥੋਂ ਹੁੰਦੀ ਆ। ਉਹ ਆਪਦੀ ਦੁਨਿਆਵੀ ਜਾਤਾਂ ਨਹੀਂ ਗਿਣਾਉਂਦੇ। ਉਹ ਤਾਂ ਇੱਕ ਸੰਸਾਰ, ਫਿਰ ਜਦੋਂ ਨਾਮ ਚੰਗਾ ਚੱਲ ਗਿਆ ਉਹ ਹਰੇਕ ਹੀ ਕਹਿਣ ਲੱਗ ਜਾਂਦਾ ਹੈ ਸਾਡਾ ਭਤੀਜਾ ਆ, ਅਤੇ ਸਾਡਾ ਮਾਮੇ ਦਾ ਮੁੰਡਾ ਹੈ, ਅਤੇ ਸਾਡਾ ਤਾਇਆ ਲੱਗਦਾ, ਅਤੇ ਸਾਡਾ ਚਾਚਾ ਲੱਗਦਾ। ਉਹ ਤਾਂ ਉਹ ਗੱਲ ਵੱਖਰੀਆਂ ਨੇ, ਪਰ ਉਹ ਤਾਂ ਨਹੀਂ ਨਾ ਉਸ ਮੁਤਾਬਕ ਚੱਲਦੇ, ਉਹ ਤਾਂ ਇੱਕ ਇਲਾਹੀ ਫਰਮਾਨ 'ਤੇ ਚੱਲਦੇ ਆ। ਸੋ ਇੰਨੇ ਵਚਨ ਕਰਦੇ ਹਾਂ, ਕੁੱਖਰ ਵਾਧਾ ਘਾਟਾ ਸੰਗਤ ਗੁਰੂ ਬਖਸ਼ਣ ਜੋ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।